ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 26 ਫਰਵਰੀ ਹੈ, ਦਿਨ ਸ਼ਨੀਚਰਵਾਰ ਹੈ। ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਨੂੰ ਸਾਰੀਆਂ ਅਹਿਮ ਤੇ ਤਾਜ਼ਾ ਖਬਰਾਂ ਦੱਸਦੇ ਹਾਂ। ਯੂਕਰੇਨ ਰੂਸ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ, ਸਾਰੀ ਅਪਡੇਟ ਤੁਹਾਨੂੰ ਦੱਸਾਂਗੇ। ਪਰ ਉਸ ਤੋਂ ਵੀ ਪਹਿਲਾਂ ਮੌਸਮ ਦਾ ਹਾਲ ਤੁਹਾਨੂੰ ਦੱਸ ਦਿੰਦੇ ਹਾਂ, ਕਿਉਂਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤੜਕੇ ਅੱਜ ਮੀਂਹ ਪੈਣਾ ਸ਼ੁਰੂ ਹੋ ਗਿਆ। ਅਚਾਨਕ ਬੱਦਲ ਗੱਜੇ ਤੇ ਮੀਂਹ ਪੈਣ ਲੱਗ ਗਿਆ। ਮੌਸਮ ਵਿਭਾਗ ਦੇ ਵੱਲੋਂ ਹਾਲਾਂਕਿ ਕੋਈ ਵੀ ਜਿਹੜੀ ਅਜਿਹੀ ਪੇਸ਼ੀਨਗੋਈ ਨਹੀਂ ਕੀਤੀ ਗਈ ਸੀ। ਇੱਕਦਮ ਪਏ ਮੀਂਹ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਤੇ ਮੌਸਮ ਵਿਭਾਗ ਦੀ ਅਪਡੇਟ ਦੀ ਸਾਨੂੰ ਉਡੀਕ ਰਹੇਗੀ। ਜਦੋਂ ਵੀ ਅਪਡੇਟ ਆਉਂਦੀ ਹੈ ਤੁਹਾਨੂੰ ਅਸੀਂ ਜ਼ਰੂਰ ਦੇਵਾਂਗੇ। ਤੁਸੀਂ ਜਿਹੜੇ ਵੀ ਇਲਾਕੇ ਦੇ ਵਿੱਚ ਰਹਿੰਦੇ ਹੋ ਜ਼ਰੂਰ ਸਾਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ। ਤੇ ਪੰਜਾਬ ਦੇ ਵਿੱਚ ਜੇ ਫਸਲਾਂ ਦੀ ਗੱਲ ਕਰ ਲਈਏ ਤਾਂ ਕਣਕ ਦੀ ਫਸਲ ਹੈ ਜਿਹੜੀ ਉਹ ਨਿਸਰ ਰਹੀ ਹੈ, ਵੱਧ ਫੁੱਲ ਰਹੀ ਹੈ। ਤੇ ਅਜਿਹੇ ਹਾਲਾਤਾਂ ਦੇ ਵਿੱਚ ਜੇ ਮੀਂਹ ਬਹੁਤ ਜ਼ਿਆਦਾ ਪੈਂਦਾ ਹੈ ਤਾਂ ਕਣਕ ਦੀ ਫਸਲ ਨੂੰ ਕਿਤੇ ਨਾ ਕਿਤੇ ਨੁਕਸਾਨ ਹੋ ਸਕਦਾ। ਪਿਛਲੇ ਦਿਨੀ ਤੇਜ਼ ਹਵਾਵਾਂ ਚੱਲੀਆਂ ਸੀ ਤਾਂ ਕਣਕਾਂ ਦੀ ਫਸਲ ਹੈ ਜਿਹੜੀ ਉਹ ਕਿਤੇ ਨਾ ਕਿਤੇ ਵਿਛ ਗਈ ਸੀ। ਯੂਕਰੇਨ ਰੂਸ ਯੁੱਧ ਦੀ ਗੱਲ ਕਰ ਲੈਂਦੇ ਹਾਂ ਤਾਂ ਹਾਲਾਤ ਉੱਥੇ ਹੋਰ ਵੀ ਗੰਭੀਰ ਹੁੰਦੇ ਜਾ ਰਹੇ ਨੇ, ਹੋਰ ਵੀ ਮਾੜੇ ਹੋ ਰਹੇ ਨੇ। ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਨੇ ਕਿਹਾ ਹੈ ਕਿ ਇਹ ਰਾਤ ਬਹੁਤ ਭਾਰੀ ਹੋਏਗੀ ਪਰ ਸਵੇਰ ਜ਼ਰੂਰ ਚੜ੍ਹੇਗੀ। ਵੋਲੋਦੀਮੀਰ ਜ਼ੈਲੈਂਸਕੀ ਨੇ ਚੇਤਾਵਨੀ ਜਾਰੀ ਕਰਦੇ ਹੋਏ ਦੱਸਿਆ ਕਿ ਆਉਣ ਵਾਲੇ ਕੁਝ ਘੰਟਿਆਂ ਵਿੱਚ ਰੂਸ ਕੀਵ ਦੇ ਉੱਤੇ ਹਮਲਾ ਕਰ ਦੇਗਾ, ਜਿਹੜਾ ਕਿ ਯੂਕਰੇਨ ਦੀ ਰਾਜਧਾਨੀ ਹੈ। ਉਹਨਾਂ ਕਿਹਾ ਕਿ ਸਾਨੂੰ ਹਿੰਮਤੀ ਅਤੇ ਦ੍ਰਿੜ ਬਣੇ ਰਹਿਣ ਦੀ ਲੋੜ ਹੈ। ਇਸ ਸਮੇਂ ਯੂਕਰੇਨ ਦੀ ਕਿਸਮਤ ਦਾ ਫੈਸਲਾ ਹੋ ਰਿਹਾ ਹੈ। ਰੂਸ ਨੇ ਦਾਅਵਾ ਕੀਤਾ ਹੈ ਕਿ ਸਾਡੀ ਫੌਜ ਯੂਕਰੇਨ ਦੇ ਮੈਲੀਟੋਪੋਲ ਸ਼ਹਿਰ ਦੇ ਵਿੱਚ ਦਾਖਲ ਹੋ ਚੁੱਕੀ ਹੈ। ਰੂਸ ਦੇ ਰੱਖਿਆ ਮੰਤਰਾਲੇ ਦਾ ਦਾਅਵਾ ਹੈ ਕਿ ਰੂਸ ਦੇ ਫੌਜੀਆਂ ਨੇ ਬਿਨਾਂ ਕਿਸੇ ਅੜਚਨ ਦਾ ਸਾਹਮਣਾ ਕੀਤੇ ਯੂਕਰੇਨ ਦੇ ਇਸ ਸ਼ਹਿਰ ਦੇ ਵਿੱਚ ਪ੍ਰਵੇਸ਼ ਕਰ ਲਿਆ। ਇਸੇ ਦਰਮਿਆਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਅਮਰੀਕਾ, ਯੂਰਪੀਅਨ ਯੂਨੀਅਨ ਅਤੇ ਬਰਤਾਨੀਆ ਦੀ ਤਰ੍ਹਾਂ ਕੈਨੇਡਾ ਵੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਤੇ ਰੋਕਾਂ ਲਾਏਗਾ। ਇਸੇ ਦਰਮਿਆਨ ਖਬਰ ਇਹ ਵੀ ਮਿਲ ਰਹੀ ਹੈ ਕਿ ਯੂਕਰੇਨ ਹੈ ਜਿਹੜਾ ਉਹ ਰੂਸ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹੈ। ਰੂਸ ਦੇ ਨਾਲ ਯੁੱਧ ਵਿਰਾਮ ਅਤੇ ਤੁਰੰਤ ਸ਼ਾਂਤੀ ਵਾਰਤਾ ਕਰਨ ਦੇ ਲਈ ਤਿਆਰ ਹੈ। ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਦੇ ਬੁਲਾਰੇ ਨੇ ਦੱਸਿਆ ਹੈ ਕਿ ਇਸ ਸਮੇਂ ਗੱਲਬਾਤ ਦੇ ਲਈ ਸਮਾਂ ਤੇ ਥਾਂ ਤੈਅ ਕਰਨ ਨੂੰ ਲੈ ਕੇ ਚਰਚਾ ਕੀਤੀ ਜਾ ਰਹੀ ਹੈ। ਇਹ ਅੱਧੀ ਰਾਤ ਤੋਂ ਬਾਅਦ 3:30 ਵਜੇ ਖਬਰ ਆਈ ਹੈ। ਅਮਰੀਕਾ ਦੇ ਵਿੱਚ ਵਾਈਟ ਹਾਊਸ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਯੂਰਪੀਅਨ ਯੂਨੀਅਨ ਅਤੇ ਬਰਤਾਨੀਆ ਵਾਂਗੂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਵਿਦੇਸ਼ ਮੰਤਰੀ ਲਾਵਰੋਵ ਤੇ ਰੋਕਾਂ ਲਾਉਣ ਦਾ ਵਿਚਾਰ ਕਰ ਰਿਹਾ ਹੈ। ਰੂਸ ਨੇ ਇੱਕ ਹੋਰ ਵੱਡੀ ਕਾਰਵਾਈ ਕੀਤੀ ਹੈ। ਜਿੱਥੇ ਯੂਕਰੇਨ ਦੇ ਉੱਤੇ ਲਗਾਤਾਰ ਹਾਵੀ ਹੋ ਰਿਹਾ ਰੂਸ, ਉੱਥੇ ਹੀ ਰੂਸ ਨੇ ਫੇਸਬੁੱਕ ਦੀ ਵਰਤੋਂ ਤੇ ਵੀ ਅੰਸ਼ਿਕ ਪਾਬੰਦੀ ਲਾ ਦਿੱਤੀ ਹੈ। ਰੂਸ ਨੇ ਫੇਸਬੁੱਕ ਤੇ ਰੂਸੀ ਮੀਡੀਆ ਨੂੰ ਸੈਂਸਰ ਕਰਨ ਦਾ ਇਲਜ਼ਾਮ ਲਾਉਂਦੇ ਹੋਏ ਫੇਸਬੁੱਕ ਦੀ ਵਰਤੋਂ ਕਰਨ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ ਅਸਥਾਈ ਤੌਰ ਤੇ। ਜੰਗ ਦੇ ਇਸ ਮਾਹੌਲ ਦੇ ਵਿੱਚ ਰਾਜਧਾਨੀ ਕੀਵ ਦੇ ਮੇਅਰ ਵਿਤਾਲੀ ਕਿਲਟਸਕੋ ਦਾ ਕਹਿਣਾ ਹੈ ਕਿ ਰਾਜਧਾਨੀ ਦੇ ਵਿੱਚ 5 ਵਿਸਫੋਟ ਹੋਣ ਦੀ ਖਬਰ ਹੈ। ਇਹਨਾਂ ਵਿੱਚੋਂ ਕੁਝ ਵਿਸਫੋਟ ਸ਼ਹਿਰ ਦੇ ਉੱਤਰੀ ਹਿੱਸੇ ਵਿੱਚ ਇੱਕ ਪਾਵਰ ਸਟੇਸ਼ਨ ਦੇ ਆਸ-ਪਾਸ ਸੁਣਾਈ ਦਿੱਤੇ ਨੇ। ਉਹਨਾਂ ਨੇ ਵੀ ਕਿਹਾ ਕਿ ਬਿਨਾਂ ਵਧਾਏ ਚੜਾਏ ਤੋਂ ਮੈਂ ਕਹਿਣਾ ਚਾਹੁੰਦਾ ਕਿ ਕੀਵ ਦੇ ਲਈ ਮੌਜੂਦਾ ਹਾਲਾਤ ਬੇਹੱਦ ਖਤਰਨਾਕ ਨੇ। ਸੋ ਹੁਣ ਤੱਕ ਦੀ ਇਹ ਤਾਜ਼ਾ ਅਪਡੇਟ ਹੈ ਕਿ ਕੈਨੇਡਾ, ਅਮਰੀਕਾ, ਬਰਤਾਨੀਆ ਅਤੇ ਯੂਰਪੀਅਨ ਯੂਨੀਅਨ ਨੇ ਰੂਸ ਦੇ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਦੇ ਉੱਤੇ ਪਾਬੰਦੀਆਂ ਲਾ ਦਿੱਤੀਆਂ ਨੇ। ਯੂਕਰੇਨ ਦੇ ਗ੍ਰਹਿ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਰਾਜਧਾਨੀ ਕੀਵ ਦੀ ਹਿਫਾਜ਼ਤ ਦੇ ਲਈ ਆਮ ਲੋਕਾਂ ਨੂੰ 18,000 ਮਸ਼ੀਨ ਗਨਾਂ ਦਿੱਤੀਆਂ ਗਈਆਂ ਨੇ। ਪਰਸੋਂ ਹੀ ਯੂਕਰੇਨ ਨੇ ਕਹਿ ਦਿੱਤਾ ਸੀ ਕਿ ਆਮ ਲੋਕ, ਆਮ ਨਾਗਰਿਕ ਜਿਹੜੇ ਫੌਜ ਦੇ ਵਿੱਚ ਆ ਕੇ ਦੇਸ਼ ਦੀ ਰਾਖੀ ਕਰਨਾ ਚਾਹੁੰਦੇ ਨੇ ਉਹ ਆਉਣ, ਉਹਨਾਂ ਨੂੰ ਹਥਿਆਰ ਅਸੀਂ ਦੇਵਾਂਗੇ। ਸੋ ਰਾਜਧਾਨੀ ਕੀਵ ਦੇ ਲਈ ਬਹੁਤ ਹੀ ਮੁਸ਼ਕਿਲ ਅਤੇ ਭਾਰੀ ਦਿਨ ਤੇ ਰਾਤ ਹੈ। ਯੂਕਰੇਨ ਦੇ ਰਾਸ਼ਟਰਪਤੀ ਨੇ ਜਿੱਥੇ ਸ਼ਾਂਤੀ ਵਾਰਤਾ ਕਰਨ ਦੀ ਗੱਲ ਕੀਤੀ ਹੈ, ਉੱਥੇ ਹੀ ਬੇਲਾਰੂਸ ਦੀ ਰਾਜਧਾਨੀ ਮਿੰਸਕ ਦੇ ਵਿੱਚ ਯੂਕਰੇਨ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹੈ ਸ਼ਰਤਾਂ ਸਮੇਤ। ਯੂਕਰੇਨ ਨੇ ਰੂਸ ਦੇ ਰਾਕੇਟ ਹਮਲੇ ਦੀ ਤੁਲਨਾ ਨਾਜ਼ੀ ਜਰਮਨੀ ਦੇ ਹਮਲਿਆਂ ਨਾਲ ਕੀਤੀ। ਯੂਕਰੇਨ ਤੇ ਹਮਲੇ ਦੇ ਦਰਮਿਆਨ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਪੁਤਿਨ ਜਿਹੜੇ ਰੂਸ ਦੇ ਰਾਸ਼ਟਰਪਤੀ ਨੇ ਉਹਨਾਂ ਨੇ ਕਈ ਲੀਡਰਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ। ਤੇ ਜੰਗ ਦੇ ਇਸ ਨਾਜ਼ੁਕ ਹਾਲਾਤ ਦੇ ਦਰਮਿਆਨ ਯੂਕਰੇਨ ਪੜ੍ਹਨ ਦੇ ਲਈ ਗਏ ਭਾਰਤੀਆਂ ਦੇ ਮਾਪਿਆਂ ਨੂੰ ਚਿੰਤਾ ਵੱਡ ਕੇ ਖਾ ਰਹੀ ਹੈ। ਆਪਣੇ ਬੱਚਿਆਂ ਨੂੰ ਕਿਵੇਂ ਉੱਥੋਂ ਵਾਪਸ ਲਿਆਉਣ ਕੁਝ ਪਤਾ ਨਹੀਂ ਲੱਗ ਰਿਹਾ, ਕਿਉਂਕਿ ਯੂਕਰੇਨ ਨੂੰ ਆਉਣ ਤੇ ਜਾਣ ਵਾਲੀਆਂ ਸਾਰੀਆਂ ਫਲਾਈਟਾਂ ਬੰਦ ਹੋ ਚੁੱਕੀਆਂ ਨੇ। ਇਸੇ ਦਰਮਿਆਨ ਭਾਰਤੀ ਨਾਗਰਿਕਾਂ ਨੂੰ ਸਰਕਾਰ ਰੋਮਾਨੀਆ ਤੇ ਹੰਗਰੀ ਰਾਹ ਕੱਢਣ ਦੀ ਤਿਆਰੀ ਕਰ ਰਹੀ ਹੈ।
ਵਾਪਸੀ ਦਾ ਸਾਰਾ ਖਰਚਾ ਵੀ ਭਾਰਤ ਸਰਕਾਰ ਚੁੱਕੇਗੀ। ਭਾਰਤੀ ਅੰਬੈਸੀ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। 에ਅਰ ਇੰਡੀਆ ਦੀ ਇੱਕ ਉਡਾਣ ਵੀ ਰਾਤ 9 ਵਜੇ ਰਵਾਨਾ ਹੋਈ ਹੈ, ਜਦਕਿ ਦੂਜੀ ਮੁੰਬਈ ਤੋਂ 10:25 ਤੇ ਉੱਡੀ। ਦੋਵੇਂ ਉਡਾਣਾਂ ਸ਼ਨੀਚਰਵਾਰ ਨੂੰ ਬੁਖਾਰੈਸਟ ਤੋਂ ਭਾਰਤ ਲਈ ਰਵਾਨਾ ਹੋਣਗੀਆਂ। ਇਸ ਦਰਮਿਆਨ ਰੂਸ ਨੇ ਵੀ ਕਿਹਾ ਕਿ ਭਾਰਤੀ ਨਾਗਰਿਕਾਂ ਦੀ ਅਸੀਂ ਹਰ ਸੰਭਵ ਮਦਦ ਕਰਾਂਗੇ। ਤੇ ਕੱਲ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਗਈ ਆ ਉਸ ਦੇ ਵਿੱਚ ਜਿਹੜੇ ਯੂਕਰੇਨ ਦੇ ਵਿੱਚ 20,000 ਦੇ ਕਰੀਬ ਭਾਰਤੀ ਨਾਗਰਿਕ ਨੇ, ਜਿਨ੍ਹਾਂ ਵਿੱਚੋਂ 18,000 ਤਾਂ ਵਿਦਿਆਰਥੀ ਨੇ, ਉਹਨਾਂ ਨੂੰ ਪੱਛਮੀ ਸਰਹੱਦ ਉੱਤੇ ਪਹੁੰਚਣ ਲਈ ਕਿਹਾ ਗਿਆ। ਪਰ ਸਾਡੀ ਉੱਥੇ ਯੂਕਰੇਨ ਦੇ ਇੱਕ ਸ਼ਹਿਰ ਦੇ ਵਿੱਚ ਮੌਜੂਦ ਚੰਡੀਗੜ੍ਹ ਦੀ ਲੜਕੀ ਦਿਲਪ੍ਰੀਤ ਕੌਰ ਦੇ ਨਾਲ ਗੱਲਬਾਤ ਹੋਈ ਹੈ, ਜਿਹੜੀ ਕਿ ਉੱਥੇ MBBS ਕਰਨ ਗਈ ਹੋਈ ਹੈ। ਉਸਨੇ ਦੱਸਿਆ ਕਿ ਅਸੀਂ ਉੱਥੋਂ ਤੱਕ ਵੀ ਕਿਵੇਂ ਪਹੁੰਚੀਏ ਸਾਨੂੰ ਨਹੀਂ ਪਤਾ ਲੱਗ ਰਿਹਾ। ਭਾਰਤ ਸਰਕਾਰ ਨੇ ਕਹਿ ਤਾਂ ਦਿੱਤਾ ਕਿ ਸਰਹੱਦਾਂ ਤੱਕ ਪਹੁੰਚ ਜਾਓ, ਪਰ ਯੂਕਰੇਨ ਹੈ ਜਿਹੜਾ ਉਸ ਯੂਕਰੇਨ ਦੀ ਸਰਕਾਰ ਸਾਡੀ ਮਦਦ ਨਹੀਂ ਕਰ ਪਾ ਰਹੀ, ਵੱਡੇ ਸੰਕਟ ਦੇ ਵਿੱਚ ਫਸੀ ਹੋਈ ਹੈ ਤੇ ਅਸੀਂ ਬੰਕਰਾਂ ਦੇ ਵਿੱਚ ਲੁਕ ਕੇ ਬੈਠੇ ਹਾਂ। ਕਿਉਂਕਿ ਜਦੋਂ ਪਹਿਲਾਂ ਚੇਤਾਵਨੀਆਂ ਦਿੱਤੀਆਂ ਗਈਆਂ ਸੀ ਕਿ ਜਦੋਂ ਅਗਰ ਯੁੱਧ ਲੱਗ ਗਿਆ ਤਾਂ ਤੁਸੀਂ ਜ਼ਮੀਨਦੋਜ਼ ਇਲਾਕਿਆਂ ਦੇ ਵਿੱਚ ਚਲੇ ਜਾਣਾ, ਯਾਨੀ ਕਿ ਬੇਸਮੈਂਟਾਂ ਜਿੱਥੇ ਵੀ ਤੁਹਾਨੂੰ ਦਿਖਦੀਆਂ ਨੇ ਚਲੇ ਜਾਓ। ਤੇ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਮੈਟਰੋ ਸਟੇਸ਼ਨਾਂ ਦੇ ਵਿੱਚ ਚਲੇ ਗਏ ਨੇ, ਜਿਹੜੇ ਜ਼ਮੀਨਦੋਜ਼ ਮੈਟਰੋ ਸਟੇਸ਼ਨ ਨੇ ਉੱਥੇ ਜਾ ਕੇ ਉਹਨਾਂ ਨੇ ਪਨਾਹ ਲਈ ਹੋਈ ਹੈ। ਦਿਲਪ੍ਰੀਤ ਨੇ ਦੱਸਿਆ ਕਿ ਸਭ ਤੋਂ ਵੱਡੀ ਮੁਸ਼ਕਿਲ ਹੀ ਇਹੀ ਹੈ ਕਿ ਅਸੀਂ ਤਾਂ ਇੱਥੋਂ ਬਾਹਰ ਹੀ ਨਹੀਂ ਨਿਕਲ ਸਕਦੇ। ਬਾਹਰ ਗੋਲੀਬਾਰੀ ਦੀਆਂ ਆਵਾਜ਼ਾਂ ਆ ਰਹੀਆਂ ਨੇ, ਬਾਹਰ ਨਿਕਲਣਾ ਬਹੁਤ ਜ਼ਿਆਦਾ ਕ੍ਰਿਟੀਕਲ ਹੈ। ਉਹ ਚਾਹੁੰਦੇ ਨੇ ਕਿ ਸਾਡੇ ਲਈ ਬੱਸਾਂ ਨੇ ਜਿਹੜੀਆਂ ਉਹ ਅਰੇਂਜ ਕੀਤੀਆਂ ਜਾਣ, ਬੱਸਾਂ ਉੱਥੋਂ ਭਰ ਕੇ ਜਿੱਥੇ ਵੀ ਲੋਕ ਲੁਕੇ ਹੋਏ ਨੇ, ਕਿਉਂਕਿ ਲਗਾਤਾਰ ਪ੍ਰਸ਼ਾਸਨ ਦੇ ਸੰਪਰਕ ਵਿੱਚ ਨੇ, ਅੰਬੈਸੀ ਦੇ ਸੰਪਰਕ ਦੇ ਵਿੱਚ ਨੇ, ਜਾਣਕਾਰੀ ਦੇ ਰਹੇ ਨੇ। ਉੱਥੋਂ ਬੱਸਾਂ ਦੇ ਵਿੱਚ ਭਰ ਕੇ ਉਹਨਾਂ ਨੂੰ ਸਰਹੱਦਾਂ 'ਤੇ ਲਿਜਾਇਆ ਜਾਵੇ ਤੇ ਫਿਰ ਹੀ ਉਹ ਹੰਗਰੀ ਤੇ ਰੋਮਾਨੀਆ ਦੇ ਜ਼ਰੀਏ ਭਾਰਤ ਪਹੁੰਚ ਸਕਦੇ ਨੇ। ਸੋ ਇਹ ਵੱਡੀ ਮੁਸ਼ਕਿਲ ਹੈ ਜਿਹੜੀ ਉਹ ਬਣੀ ਹੋਈ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਦੇ ਵੱਲੋਂ ਹੈਲਪਲਾਈਨ ਨੰਬਰ ਨੇ ਜਿਹੜੇ ਉਹ ਜਾਰੀ ਕੀਤੇ ਜਾ ਰਹੇ ਨੇ। ਅੰਮ੍ਰਿਤਸਰ, ਜਲੰਧਰ ਤੇ ਹੋਰ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੇ ਨੰਬਰ ਜਾਰੀ ਕੀਤੇ ਨੇ, ਅੱਗੇ ਤੁਹਾਨੂੰ ਨੰਬਰ ਦੱਸਾਂਗੇ। ਤੇ ਗੁਰਦਾਸਪੁਰ ਜ਼ਿਲ੍ਹੇ ਦੇ ਪ੍ਰਸ਼ਾਸਨ ਨੇ ਜਿਹੜਾ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਉਹ ਵੀ ਤੁਸੀਂ ਨੋਟ ਕਰ ਲਓ, 97800 ਯਾਨੀ ਕਿ 9780013977 ਨੰਬਰ ਜਾਰੀ ਕੀਤਾ ਗਿਆ ਹੈ। ਜਿਹੜੇ ਵੀ ਗੁਰਦਾਸਪੁਰ ਜ਼ਿਲ੍ਹੇ ਦੇ ਨਾਗਰਿਕ ਵਿਦਿਆਰਥੀ ਉੱਥੇ ਫਸੇ ਹੋਏ ਨੇ ਉਹ ਪ੍ਰਸ਼ਾਸਨ ਨੂੰ ਆਪਣੀ ਸਾਰੀ ਜਾਣਕਾਰੀ ਜ਼ਰੂਰ ਮੁਹੱਈਆ ਕਰਵਾਉਣ। ਅਬੋਹਰ ਦੇ 3 ਵਿਦਿਆਰਥੀ ਵਾਪਸ ਪਰਤ ਆਏ ਨੇ, ਜਦਕਿ 6 ਵਿਦਿਆਰਥੀ ਹਾਲੇ ਵੀ ਉੱਥੇ ਫਸੇ ਹੋਏ ਨੇ। ਮਾਨਸਾ ਜ਼ਿਲ੍ਹੇ ਦੇ ਵਿਦਿਆਰਥੀ ਫਸੇ ਹੋਏ ਨੇ ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿਦਿਆਰਥੀ ਜ਼ਿਆਦਾਤਰ ਉੱਥੇ ਮੈਡੀਕਲ ਦੀ ਪੜ੍ਹਾਈ ਕਰਨ ਜਾਂਦੇ ਨੇ, ਉਹ ਵੀ ਫਸੇ ਹੋਏ ਨੇ। ਇਸ ਦਰਮਿਆਨ ANI ਨੇ ਜਾਣਕਾਰੀ ਦਿੱਤੀ ਹੈ ਕਿ ਯੂਕਰੇਨ ਦੀ ਡਿਫੈਂਸ ਮਿਨਿਸਟਰੀ ਹੈ ਜਿਹੜੀ ਉਸਨੇ ਬਿਆਨ ਜਾਰੀ ਕੀਤਾ ਹੈ ਕਿ 1000 ਤੋਂ ਵੱਧ ਜਿਹੜੇ ਰੂਸ ਦੇ ਸਿਪਾਹੀ ਨੇ, ਰੂਸ ਦੇ ਫੌਜੀ ਨੇ, ਉਹ ਮਾਰ ਦਿੱਤੇ ਗਏ ਨੇ। ਤੇ ਜਿਹੜੇ ਭਾਰਤੀ ਵਿਦਿਆਰਥੀ ਯੂਕਰੇਨ ਦੇ ਵਿੱਚ ਮੌਜੂਦ ਨੇ ਵੱਖ-ਵੱਖ ਸ਼ਹਿਰਾਂ ਦੇ ਵਿੱਚ, ਉਹ ਜਿੱਥੇ ਮੈਟਰੋ ਦੇ ਬੰਕਰਾਂ ਦੇ ਵਿੱਚ ਲੁਕੇ ਹੋਏ ਨੇ, ਉੱਥੇ ਹੀ 500 ਵਿਦਿਆਰਥੀਆਂ ਨੇ ਭਾਰਤੀ ਅੰਬੈਸੀ ਦੇ ਵਿੱਚ ਵੀ ਪਨਾਹ ਲਈ ਹੈ। ਸਿਰਫ ਇੱਥੇ ਇੱਕ ਵੇਲੇ ਦਾ ਹੀ ਖਾਣਾ ਮਿਲ ਰਿਹਾ ਵਿਦਿਆਰਥੀਆਂ ਨੂੰ। ਹੰਗਰੀ ਜਾਂ ਪੋਲੈਂਡ ਦੇ 에ਅਰਪੋਰਟ ਰਾਹੀਂ ਇਹਨਾਂ ਨੂੰ ਭਾਰਤ ਲਿਆਉਣ ਦੇ ਯਤਨ ਕੀਤੇ ਜਾ ਰਹੇ ਨੇ। ਅੰਬੈਸੀ ਦੇ ਵਿੱਚ ਮੌਜੂਦ ਵਿਦਿਆਰਥੀਆਂ ਨੂੰ ਜਦੋਂ ਭੁੱਖ ਲੱਗਦੀ ਹੈ ਤਾਂ 5-5 ਵਿਦਿਆਰਥੀਆਂ ਦਾ ਗਰੁੱਪ ਬਾਹਰ ਜਾਂਦਾ ਹੈ, ਜੋ ਸਿਰਫ ਗਰੋਸਰੀ ਸਟੋਰਾਂ 'ਚੋਂ ਖਾਣ ਲਈ ਕੁਝ ਸਮਾਨ ਖਰੀਦ ਕੇ ਲਿਆਉਂਦਾ ਹੈ। ਯਾਨੀ ਕਿ ਅੰਬੈਸੀ ਦੇ ਵਿੱਚ ਵੀ ਵਿਦਿਆਰਥੀਆਂ ਨੂੰ ਕੁਝ ਖਾਣ ਪੀਣ ਨੂੰ ਨਹੀਂ ਮਿਲ ਰਿਹਾ, ਉਹਨਾਂ ਨੂੰ ਬਾਹਰ ਹੀ ਜਾਣਾ ਪੈ ਰਿਹਾ ਤੇ ਸਭ ਤੋਂ ਵੱਡੀ ਮੁਸ਼ਕਿਲ ਹੈ। ਆਪਾਂ ਸਾਰੇ ਸੋਚ ਸਕਦੇ ਹਾਂ ਕਿ ਜਿਹੜੀਆਂ ਜਿਉਣ ਦੀਆਂ ਜ਼ਰੂਰੀ ਵਸਤੂਆਂ ਹੁੰਦੀਆਂ ਨੇ ਉਹਨਾਂ ਤੋਂ ਬਿਨਾਂ ਕਿੰਨਾ ਸਰਵਾਈਵ ਕਰਨਾ ਔਖਾ ਹੋਏਗਾ। ਇਸੇ ਦਰਮਿਆਨ ਪੰਜਾਬ ਸਰਕਾਰ ਨੇ ਕੰਟਰੋਲ ਰੂਮ ਸਥਾਪਿਤ ਕੀਤਾ ਹੈ। ਪੰਜਾਬ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਨੇ ਕੰਟਰੋਲ ਰੂਮ ਸਥਾਪਿਤ ਕਰਕੇ ਹੈਲਪਲਾਈਨ ਨੰਬਰ 1100 ਯਾਨੀ ਕਿ 1000 ਅਤੇ ਇੱਕ ਹੋਰ ਨੰਬਰ ਹੈ 0172411905, ਇਸ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਯੂਕਰੇਨ ਦੇ ਵਿੱਚ ਫਸੇ ਵਿਅਕਤੀਆਂ ਦੀ ਸੁਰੱਖਿਅਤ ਵਾਪਸੀ ਲਈ ਇਹਨਾਂ ਹੈਲਪਲਾਈਨ ਨੰਬਰਾਂ ਤੇ ਪੁੱਛੇ ਜਾਣ ਵਾਲੇ ਸਵਾਲ ਨੇ ਜਿਹੜੇ ਉਹ ਤੁਸੀਂ ਸਾਰਿਆਂ ਨੇ ਦੇਣੇ ਨੇ ਤੇ ਵਿਦੇਸ਼ ਮੰਤਰਾਲੇ ਨੂੰ ਭੇਜੇ ਜਾਣਗੇ। ਤੇ ਕੇਂਦਰ ਸਰਕਾਰ ਤੇ ਹੁਣ ਵੱਖ-ਵੱਖ ਸੂਬਿਆਂ ਦੇ ਵੱਲੋਂ ਦਬਾਅ ਬਣਨ ਲੱਗਿਆ ਹੈ। ਤੇਲੰਗਾਨਾ ਸਰਕਾਰ ਨੇ ਵੀ ਦਿੱਲੀ ਦੇ ਵਿੱਚ ਹੈਲਪਲਾਈਨ ਨੰਬਰ ਸਥਾਪਿਤ ਕੀਤਾ ਹੈ ਤੇ ਯੂਕਰੇਨ ਦੇ ਵਿੱਚ ਫਸੇ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰ ਦਿੱਲੀ ਦੇ ਵਿੱਚ ਰਸ਼ੀਆ ਅੰਬੈਸੀ ਦੇ ਬਾਹਰ ਰੋਸ ਮੁਜ਼ਾਹਰਾ ਕਰਨ ਦੇ ਲਈ ਵੀ ਪਹੁੰਚੇ। ਪੰਜਾਬ ਦੇ ਵੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਯੂਕਰੇਨ 'ਚ ਫਸੇ ਵਿਦਿਆਰਥੀਆਂ ਦੇ ਮਾਪੇ ਇਕੱਠੇ ਹੋਣ ਲੱਗੇ ਨੇ। ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਨੇ ਤੇ ਜਿਹੜੇ ਭਾਰਤੀ ਵਿਦਿਆਰਥੀਆਂ ਨੇ, ਨਾਗਰਿਕਾਂ ਨੇ ਬੇਸਮੈਂਟਾਂ ਦੇ ਵਿੱਚ ਉੱਥੇ ਸਹਾਰਾ ਲਿਆ ਹੈ ਯੂਕਰੇਨ ਦੇ ਵਿੱਚ, ਉਹ ਸਿਰਫ ਭਾਰਤੀ ਹੀ ਨਹੀਂ ਹੈਗੇ, ਉਹਨਾਂ ਦੇ ਵਿੱਚ ਯੂਕਰੇਨ ਦੇ ਲੋਕ ਵੀ ਸ਼ਾਮਿਲ ਨੇ। ਉਹਨਾਂ ਸਭ ਦੇ ਲਈ ਹੁਣ NGO ਨੇ ਜਿਹੜੀਆਂ ਉਹ ਵੀ ਸਾਹਮਣੇ ਆਉਣ ਲੱਗੀਆਂ ਨੇ। ਖਾਲਸਾ ਏਡ ਉੱਥੇ ਲੰਗਰ ਦੀ ਸੇਵਾ ਸ਼ੁਰੂ ਕਰ ਚੁੱਕੀ ਹੈ। ਇਸੇ ਤਰ੍ਹਾਂ ਯੂਨਾਈਟਿਡ ਸਿੱਖਸ ਲਗਾਤਾਰ ਸੰਪਰਕ ਦੇ ਵਿੱਚ ਹੈ। ਯੂਨਾਈਟਿਡ ਸਿੱਖਸ UK ਹੈ ਜਿਹੜੀ ਜਥੇਬੰਦੀ, ਉਹਨਾਂ ਦੀ ਟੀਮ ਵੀ ਉੱਥੇ
ਕੰਮ ਕਰਨਾ ਸ਼ੁਰੂ ਕਰ ਚੁੱਕੀ ਹੈ। ਜਿਹੜੇ ਬੰਕਰਾਂ ਦੇ ਵਿੱਚ ਫਸੇ ਹੋਏ ਲੋਕ ਨੇ, ਬੰਕਰਾਂ ਦੇ ਵਿੱਚ ਕਹਿ ਸਕਦੇ ਹਾਂ ਕਿ ਪਨਾਹ ਲੈ ਕੇ ਬੈਠੇ ਲੋਕ ਨੇ, ਗੋਲੀਬਾਰੀ ਤੋਂ ਡਰਦੇ ਹੋਏ ਆਪਣੀ ਜਾਨ ਬਚਾਉਣ ਦੇ ਲਈ, ਉਹਨਾਂ ਦੇ ਲਈ ਇਸ ਵਕਤ ਭੋਜਨ ਵੀ ਸਭ ਤੋਂ ਅਹਿਮ ਹੈ, ਕਿਉਂਕਿ ਬੰਕਰਾਂ ਦੇ ਵਿੱਚ ਬੈਠੇ ਹੋਏ ਨੇ, ਉੱਥੇ ਕੋਈ ਪ੍ਰਬੰਧ ਨਹੀਂ ਹੈ ਖਾਣੇ ਪੀਣੇ ਦਾ, ਤੇ ਜੇ ਉਹਨਾਂ ਨੂੰ ਕਈ ਦਿਨ ਉੱਥੇ ਬੈਠਣਾ ਪੈ ਗਿਆ ਤਾਂ ਖਾਣੇ ਪੀਣੇ ਤੋਂ ਬਿਨਾਂ ਕਿਵੇਂ ਸਰਵਾਈਵ ਕਰਨਗੇ। ਬਿਲਕੁਲ ਜਿਹੜਾ ਹੈਗਾ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਉਹ ਰੋਟੀ ਤੋਂ ਬਿਨਾਂ ਹੀ ਆਪਣੀਆਂ ਜਾਨਾਂ ਗਵਾ ਦੇਣ। ਸੋ ਅਜਿਹੀਆਂ ਸੰਸਥਾਵਾਂ ਨੇ ਜਿਹੜੀਆਂ ਉਹ ਲਗਾਤਾਰ ਉੱਥੇ ਕੰਮ ਕਰ ਰਹੀਆਂ ਨੇ। ਖਾਣ ਪੀਣ ਦਾ ਰਾਸ਼ਨ ਪਾਣੀ ਜਿਹੜਾ ਉਹਨਾਂ ਨੂੰ ਪਹੁੰਚਾਇਆ ਜਾ ਰਿਹਾ, ਕਿਉਂਕਿ ਬਾਜ਼ਾਰ ਉੱਥੇ ਤਕਰੀਬਨ ਬੰਦ ਹੋ ਚੁੱਕੇ ਨੇ। ਗਰੋਸਰੀ ਸਟੋਰ ਨੇ ਜਿਹੜੇ ਕਿਤੇ ਨਾ ਕਿਤੇ ਜ਼ਰੂਰ ਖੁੱਲ੍ਹੇ ਨੇ, ਪਰ ਜੰਗ ਦੇ ਸਾਏ ਦੇ ਵਿੱਚ ਦੁਕਾਨਦਾਰ ਵੀ ਤਾਂ ਆਮ ਨਾਗਰਿਕ ਹੁੰਦੇ ਨੇ, ਉਹ ਵੀ ਆਪਣੇ ਘਰਾਂ ਦੇ ਵਿੱਚ ਬਹਿ ਜਾਂਦੇ ਨੇ। ਪੰਜਾਬ ਦੀਆਂ ਕੁਝ ਹੋਰ ਖਾਸ ਤੇ ਵੱਡੀਆਂ ਖਬਰਾਂ ਨੇ ਕਿ ਸੁਪਰੀਮ ਕੋਰਟ ਨੇ ਨਵਜੋਤ ਸਿੰਘ ਸਿੱਧੂ ਤੋਂ ਸੜਕ ਤੇ ਝਗੜੇ ਦੇ ਕੇਸ ਵਿੱਚ 2 ਹਫ਼ਤਿਆਂ 'ਚ ਜਵਾਬ ਮੰਗਿਆ ਹੈ। ਬਿਕਰਮ ਸਿੰਘ ਮਜੀਠੀਆ ਦੀ ਪੱਕੀ ਜ਼ਮਾਨਤ ਰੱਦ ਹੋ ਚੁੱਕੀ ਹੈ। ਬਚਾਅ ਪੱਖ ਦੇ ਵਕੀਲਾਂ ਨੇ ਕਿਹਾ ਕਿ ਹਾਈ ਕੋਰਟ ਜਾਵਾਂਗੇ। ਚਰਨਜੀਤ ਸਿੰਘ ਚੰਨੀ ਦੇ ਭਤੀਜੇ ਨੂੰ ਹਾਲੇ ਹੋਰ ਕੁਝ ਦਿਨਾਂ ਦੇ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2 ਵੱਖ-ਵੱਖ ਸੰਵਿਧਾਨ ਰੱਖਣ ਦੇ ਸੰਬੰਧ ਵਿੱਚ ਜਿਹੜਾ ਕੇਸ ਚੱਲ ਰਿਹਾ ਹੈ, ਉਸ ਮਸਲੇ ਦੇ ਵਿੱਚ ਡਾਕਟਰ ਦਲਜੀਤ ਸਿੰਘ ਚੀਮਾ ਅਦਾਲਤ ਦੇ ਵਿੱਚ ਪੇਸ਼ ਹੋਏ, ਜਦਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੇਸ਼ੀ ਤੋਂ ਛੋਟ ਮਿਲ ਗਈ। ਅਗਲੀ ਸੁਣਵਾਈ 22 ਮਾਰਚ ਨੂੰ ਹੋਵੇਗੀ। ਪੰਜਾਬ ਦੇ ਲੋਕ ਪੱਖੀ ਗਾਇਕ ਅਤੇ ਇਪਟਾ ਲਹਿਰ ਦੇ ਬਾਨੀ ਅਮਰਜੀਤ ਗੁਰਦਾਸਪੁਰੀ, ਜਿਨ੍ਹਾਂ ਦਾ ਦੇਹਾਂਤ ਪਰਸੋਂ ਹੋ ਗਿਆ ਸੀ, ਉਹਨਾਂ ਦਾ ਕੱਲ੍ਹ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਫਤਿਹਗੜ੍ਹ ਚੂੜੀਆਂ ਦੇ ਉਹਨਾਂ ਦੇ ਜੱਦੀ ਪਿੰਡ ਉਦੋਵਾਲੀ ਦੇ ਵਿੱਚ ਇਪਟਾ ਦੇ ਆਗੂਆਂ ਤੇ ਲੇਖਕਾਂ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕੱਲ੍ਹ ਚੰਡੀਗੜ੍ਹ ਪ੍ਰਸ਼ਾਸਨ ਦੇ ਖਿਲਾਫ ਪੰਜਾਬ ਦੇ 716 ਪਿੰਡਾਂ ਦੇ ਵਿੱਚ ਅਰਥੀ ਫੂਕ ਮੁਜ਼ਾਹਰੇ ਕੀਤੇ। ਰੋਸ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਬਿਜਲੀ ਵਿਭਾਗ ਨੂੰ ਨਿੱਜੀ ਕੰਪਨੀ ਨੂੰ ਵੇਚ ਦਿੱਤਾ ਹੈ। ਇਸ ਫੈਸਲੇ ਦਾ ਉਗਰਾਹਾਂ ਜਥੇਬੰਦੀ ਨੇ ਵਿਰੋਧ ਕੀਤਾ ਹੈ। ਸਨਅਤੀ ਸ਼ਹਿਰ ਮੰਡੀ ਗੋਬਿੰਦਗੜ੍ਹ ਦੇ ਚੌਂਕ ਦੇ ਵਿੱਚ ਕੱਲ੍ਹ ਬਾਅਦ ਦੁਪਹਿਰ 3 ਵਜੇ ਦੇ ਕਰੀਬ ਇੱਕ 68 ਸਾਲਾ ਵਿਅਕਤੀ ਨੇ ਆਪਣੇ ਆਪ ਨੂੰ ਅੱਗ ਲਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਜਗਦੀਸ਼ ਗੋਇਲ ਦੇ ਵਜੋਂ ਹੋਈ ਹੈ। ਮ੍ਰਿਤਕ ਦਾ ਪਰਿਵਾਰ ਦਿੱਲੀ ਵਿੱਚ ਹੈ, ਜਿਸ ਦੇ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਣ ਦੀ ਜਾਣਕਾਰੀ ਦਿੱਤੀ ਗਈ। ਜਾਣਕਾਰੀ ਮੁਤਾਬਿਕ ਜਗਦੀਸ਼ ਗੋਇਲ ਘਰੇਲੂ ਝਗੜੇ ਕਰਕੇ ਜਾਂ ਕੋਈ ਕਾਰਨਾਂ ਕਰਕੇ ਪਰੇਸ਼ਾਨ ਸੀ ਤੇ ਪਰੇਸ਼ਾਨੀ ਕਰਕੇ ਹੀ ਉਸਨੇ ਇਹ ਕਦਮ ਚੁੱਕਿਆ। ਪੰਜਾਬ ਦੇ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਪੰਜਾਬ ਦੀ ਪੱਕੀ ਮੈਂਬਰੀ ਖਤਮ ਕੀਤੇ ਜਾਣ ਦਾ ਮਾਮਲਾ ਭਖ ਗਿਆ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਖਿਲਾਫ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ। ਉਹਨਾਂ ਨੇ ਚੰਨੀ, ਸਿੱਧੂ, ਢੀਂਡਸਾ, ਬਾਦਲ, ਕੈਪਟਨ ਸਮੇਤ ਸਾਰੇ ਵੱਡੇ ਲੀਡਰਾਂ ਨੂੰ ਅਪੀਲ ਕੀਤੀ ਹੈ ਕਿ ਇਕੱਠੇ ਹੋ ਕੇ ਆਪਣੇ ਵਖਰੇਵਿਆਂ ਨੂੰ ਲਾਂਭੇ ਰੱਖ ਕੇ ਹੰਕਾਰੀ ਤੇ ਦਾਬੇ ਵਾਲੀ ਕੇਂਦਰ ਸਰਕਾਰ ਖਿਲਾਫ ਇੱਕ ਲਹਿਰ ਹੈ ਜਿਹੜੀ ਉਹ ਖੜੀ ਕਰਨ ਤਾਂ ਕਿ ਪੰਜਾਬ ਦੇ ਹੱਕਾਂ ਨੂੰ ਬਚਾਇਆ ਜਾ ਸਕੇ। ਕਿਸਾਨੀ ਸੰਘਰਸ਼ ਦੇ ਵਿੱਚ ਯੋਗਦਾਨ ਪਾਉਣ ਵਾਲੇ ਅਦਾਕਾਰ ਦੀਪ ਸਿੱਧੂ ਦੀਆਂ ਅਸਥੀਆਂ ਉਹਨਾਂ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਚਾਹੁਣ ਵਾਲਿਆਂ ਦੇ ਵੱਲੋਂ ਸ਼੍ਰੀ ਕੀਰਤਪੁਰ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ ਨੇ। ਜਲ ਪ੍ਰਵਾਹ ਕਰਨ ਤੋਂ ਪਹਿਲਾਂ ਗ੍ਰੰਥੀ ਸਿੰਘ ਨੇ ਅਰਦਾਸ ਕੀਤੀ। ਬਾਈਬਲ ਕਲਾਂ ਗੋਲੀकांड ਦੇ ਨਾਲ ਜੁੜੀ ਅਹਿਮ ਖਬਰ ਹੈ ਕਿ ਇਸ ਗੋਲੀकांड ਦੇ ਵਿੱਚ ਮੁਲਜ਼ਮ ਦੇ ਵਜੋਂ ਨਾਮਜ਼ਦ ਪੁਲਿਸ ਅਧਿਕਾਰੀਆਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਮੰਗ ਕੀਤੀ ਹੈ ਕਿ ਕੇਸ ਰੱਦ ਕੀਤਾ ਜਾਵੇ। ਬਾਈਬਲ ਕਲਾਂ ਗੋਲੀकांड ਦਾ ਚਲਾਨ ਜਿਹੜਾ ਕਿ ਵਧੀਕ ਸੈਸ਼ਨ ਜੱਜ ਫਰੀਦਕੋਟ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ, ਉਸ ਨੂੰ ਰੱਦ ਕਰਨ ਦੀ ਇਹਨਾਂ ਮੁਲਜ਼ਮਾਂ ਨੇ ਮੰਗ ਕੀਤੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਪਟੀਸ਼ਨ ਤੇ ਪੰਜਾਬ ਸਰਕਾਰ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਹੈ। 2 ਹਫ਼ਤਿਆਂ ਵਿੱਚ ਜਵਾਬ ਮੰਗਿਆ ਹੈ। ਮੁਲਜ਼ਮਾਂ ਨੇ ਹਾਈ ਕੋਰਟ ਤੋਂ ਮੰਗ ਕੀਤੀ ਹੈ ਕਿ ਜਦੋਂ ਤੱਕ ਪਟੀਸ਼ਨ ਤੇ ਸੁਣਵਾਈ ਚੱਲਦੀ ਹੈ, ਉਹਨਾਂ ਚਿਰ ਫਰੀਦਕੋਟ ਅਦਾਲਤ ਵਿੱਚ ਚੱਲਦੇ ਮੁਕੱਦਮੇ ਦੀ ਸੁਣਵਾਈ ਤੇ ਰੋਕ ਲਾਈ ਜਾਵੇ, ਪਰ ਹਾਲ ਦੀ ਘੜੀ ਹਾਈ ਕੋਰਟ ਨੇ ਇਹ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਕੇਸ ਦੇ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ, ਆਈਜੀ ਪਰਮਰਾਜ ਸਿੰਘ ਉਮਰਾ ਨੰਗਲ, ਸਾਬਕਾ ਐਸਐਸਪੀ ਚਰਨਜੀਤ ਸ਼ਰਮਾ, ਐਸਪੀ ਬਿਕਰਮ ਸਿੰਘ ਤੇ ਥਾਣਾ ਬਾਜਾਖਾਨਾ ਦਾ ਐਸਐਚਓ ਅਮਰਜੀਤ ਸਿੰਘ ਮੁਲਜ਼ਮ ਦੇ ਵਜੋਂ ਨਾਮਜ਼ਦ ਨੇ। ਇਹਨਾਂ ਪੁਲਿਸ ਅਧਿਕਾਰੀਆਂ ਨੇ ਆਪਣੀ ਪਟੀਸ਼ਨ 'ਚ ਕਿਹਾ ਕਿ ਜਾਂਚ ਟੀਮ ਨੇ ਹਮਲਾਵਰਾਂ ਤੇ ਕਾਰਵਾਈ ਕਰਨ ਦੀ ਥਾਂ ਪੁਲਿਸ ਅਧਿਕਾਰੀਆਂ ਨੂੰ ਹੀ ਦੋਸ਼ੀ ਵਜੋਂ ਨਾਮਜ਼ਦ ਕਰ ਦਿੱਤਾ ਹੈ। ਇਸ ਕਰਕੇ ਕੇਸ ਰੱਦ ਹੋਣਾ ਚਾਹੀਦਾ ਹੈ। ਉਧਰ ਫਰੀਦਕੋਟ ਦੀ ਸਥਾਨਕ ਅਦਾਲਤ ਦੇ ਵਿੱਚ ਵੀ ਬਾਈਬਲ ਕਲਾਂ ਗੋਲੀकांड ਦੀ ਸੁਣਵਾਈ ਹੋਈ, ਜਿੱਥੇ ਪਰਮਰਾਜ ਸਿੰਘ ਉਮਰਾ ਨੰਗਲ ਤੋਂ ਬਿਨਾਂ ਸਾਰੇ ਮੁਲਜ਼ਮ ਹਾਜ਼ਰ ਸਨ ਤੇ ਕੇਸ ਦੀ ਅਗਲੀ ਸੁਣਵਾਈ 11 ਮਾਰਚ ਨੂੰ ਹੋਵੇਗੀ। ਪੰਜਾਬ ਦੇ ਵਿੱਚ ਸਰਕਾਰ ਕਿਹਦੀ ਬਣੂਗੀ ਇਹ ਹਾਲੇ ਵੀ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ, ਕਿਉਂਕਿ ਲੋਕ ਆਪਣਾ ਭੇਤ ਨਹੀਂ ਦੇ ਰਹੇ। ਬਹੁਤ ਘੱਟ ਲੋਕ ਨੇ ਜਿਹੜੇ ਇੱਕ ਠੋਕ ਕੇ ਕਹਿੰਦੇ ਨੇ ਕਿ ਮੈਂ ਕਿਹਨੂੰ ਵੋਟ ਪਾਈ ਹੈ, ਨਹੀਂ ਤਾਂ ਪੰਜਾਬ ਦੇ ਵਿੱਚ ਹਾਲੇ ਤੱਕ ਪੇਚਾ ਫਸਿਆ ਹੋਇਆ ਹੈ। ਮੀਡੀਆ ਹੋਵੇ ਜਾਂ ਫਿਰ ਸਿਆਸੀ ਪੰਡਤ ਹੋਣ ਜਾਂ ਸਿਆਸੀ ਪਾਰਟੀਆਂ ਜਾਂ ਇੰਟੈਲੀਜੈਂਸ,
ਕੋਈ ਵੀ ਇਹ ਜਿਹੜਾ ਪੁਖਤਾ ਦਾਅਵਾ ਨਹੀਂ ਕਰ ਸਕਦਾ ਕਿ ਸਰਕਾਰ ਕਿਹਦੀ ਬਣੂਗੀ। 10 ਮਾਰਚ ਨੂੰ ਨਤੀਜੇ ਆਉਣਗੇ ਤੇ ਉਸ ਤੋਂ ਪਹਿਲਾਂ ਹੁਣ ਪੰਜਾਬ ਦੇ ਵਿੱਚ ਵੋਟਾਂ ਬਦਲੇ ਨੋਟ ਵੰਡਣ ਵਾਲਿਆਂ ਨੇ ਕਲੇਸ਼ ਪਾ ਦਿੱਤਾ ਹੈ। ਪੈਸੇ ਲੈ ਕੇ ਵੋਟਾਂ ਨਾ ਪਾਉਣ ਵਾਲੇ ਵੋਟਰਾਂ ਨੂੰ ਧਮਕਾਉਣ ਦੇ ਦੋਸ਼ ਲਾਏ ਨੇ। ਸਿਆਸੀ ਲੀਡਰਾਂ ਤੋਂ ਮਿਲ ਰਹੀਆਂ ਧਮਕੀਆਂ ਦੀ ਜਾਣਕਾਰੀ ਆਮ ਲੋਕ ਦਿੰਦੇ ਨਜ਼ਰ ਆਏ ਨੇ। ਵੀਡੀਓਜ਼ ਨੇ ਜਿਹੜੀਆਂ ਉਹ ਵਾਇਰਲ ਹੋਈਆਂ ਨੇ। ਹਾਲਾਂਕਿ ਇਹਨਾਂ ਵੀਡੀਓਜ਼ ਦੀ ਅਸੀਂ ਪੁਸ਼ਟੀ ਤਾਂ ਨਹੀਂ ਕਰਦੇ, ਪਰ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਜਿਹੀਆਂ ਵੀਡੀਓਜ਼ ਆਈਆਂ ਨੇ ਜਿੱਥੇ ਕੁਝ ਪਰਿਵਾਰਾਂ ਨੂੰ ਜਿਨ੍ਹਾਂ ਨੂੰ ਪੈਸੇ ਵੰਡੇ ਗਏ ਸੀ ਉਹਨਾਂ ਤੇ ਹੁਣ ਇਲਜ਼ਾਮ ਲਾਏ ਜਾ ਰਹੇ ਨੇ ਕਿ ਉਹਨਾਂ ਨੇ ਵੋਟਾਂ ਨਹੀਂ ਪਾਈਆਂ, ਜਦਕਿ ਇਹ ਪਰਿਵਾਰ ਕਹਿੰਦੇ ਨੇ ਕਿ ਜਾਂ ਤਾਂ ਸਾਨੂੰ ਧੱਕੇ ਨਾਲ ਪੈਸੇ ਦੇ ਕੇ ਗਏ ਨੇ ਜਾਂ ਫਿਰ ਸਾਡੇ ਤੱਕ ਪੈਸੇ ਪਹੁੰਚੇ ਨਹੀਂ। ਇਹਨਾਂ ਸਿਆਸੀ ਲੀਡਰਾਂ ਦੇ ਚਮਚੇ ਪਹਿਲਾਂ ਹੀ ਪੈਸੇ ਜਿਹੜੇ ਨੇ ਉਹ ਹੜੱਪ ਜਾਂਦੇ ਨੇ ਤੇ ਬਦਨਾਮ ਭਾਈਚਾਰੇ ਨੂੰ ਹੋਣਾ ਪੈਂਦਾ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਕੁਝ ਹੋਰ ਖਬਰਾਂ ਤੁਹਾਨੂੰ ਦੱਸ ਦਿੰਦੇ ਹਾਂ। ਯੂਕਰੇਨ ਅਤੇ ਰੂਸ ਦੇ ਵਿੱਚ ਜੰਗ ਛੇਤੀ ਖਤਮ ਹੋਵੇ, ਇਸ ਦੀ ਅਸੀਂ ਆਸ ਕਰਦੇ ਹਾਂ, ਅਰਦਾਸ ਕਰਦੇ ਹਾਂ ਅਤੇ ਜਿਹੜੇ ਵੀ ਲੋਕ ਚਾਹੇ ਉਹ ਯੂਕਰੇਨ ਦੇ ਨੇ, ਜਿਹੜੇ ਵੀ ਆਮ ਲੋਕ ਫਸੇ ਹੋਏ ਨੇ ਉਹ ਜ਼ਰੂਰ ਸੁਰੱਖਿਅਤ ਰਹਿਣ। ਯੂਕਰੇਨ ਦੀ ਜੰਗ ਹੈ ਜਿਹੜੀ ਉਹ ਪੰਜਾਬ ਦੇ ਨਾਲ ਵੀ ਸੰਬੰਧ ਰੱਖ ਰਹੀ ਹੈ। ਪੰਜਾਬ ਦੇ ਬਹੁਤ ਸਾਰੇ ਲੋਕ ਉੱਥੇ ਫਸੇ ਹੋਏ ਨੇ। ਸਭ ਤੋਂ ਪਹਿਲੀ ਜਾਣਕਾਰੀ ਤੁਹਾਨੂੰ ਦੇ ਦਿੰਦੇ ਹਾਂ ਕਿ ਯੂਕਰੇਨ ਦੇ ਸੂਮੀ ਸ਼ਹਿਰ ਦੇ ਵਿੱਚ 400 ਭਾਰਤੀ ਮੈਡੀਕਲ ਵਿਦਿਆਰਥੀ ਹੋਸਟਲ ਦੇ ਤਹਿਖਾਨੇ ਦੇ ਵਿੱਚ ਲੁਕ ਗਏ ਨੇ। ਉਹਨਾਂ ਨੇ ਤਹਿਖਾਨੇ ਦੇ ਵਿੱਚ ਸ਼ਰਨ ਲੈ ਲਈ ਹੈ। ਯੂਕਰੇਨ ਦੇ ਵਿੱਚ ਰੂਸ ਦੀ ਸਰਹੱਦ ਦੇ ਨਾਲ ਲੱਗਦਾ ਇਹ ਸੂਮੀ ਸ਼ਹਿਰ ਹੈ। ਭਾਰਤ ਸਰਕਾਰ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਕਿ ਸਾਨੂੰ ਜਲਦੀ ਤੋਂ ਜਲਦੀ ਇੱਥੋਂ ਕੱਢਿਆ ਜਾਵੇ। ਇਹਨਾਂ ਵਿੱਚੋਂ ਜ਼ਿਆਦਾਤਰ ਸੂਮੀ ਸਟੇਟ ਮੈਡੀਕਲ ਕਾਲਜ ਦੇ ਵਿਦਿਆਰਥੀ ਨੇ। ਉਹਨਾਂ ਕਿਹਾ ਕਿ ਅਸੀਂ ਬਹੁਤ ਡਰੇ ਹੋਏ ਹਾਂ, ਸੁਰੱਖਿਆ ਦੀ ਸਾਨੂੰ ਬਹੁਤ ਚਿੰਤਾ ਹੈ ਕਿਉਂਕਿ ਬਾਹਰ ਲਗਾਤਾਰ ਗੋਲੀਆਂ ਦੀ ਆਵਾਜ਼ ਹੈ ਜਿਹੜੀ ਉਹ ਸੁਣਾਈ ਦੇ ਰਹੀ ਹੈ। ਇੱਥੇ ਮਾਰਸ਼ਲ ਲਾਅ ਲਾਗੂ ਹੈ, ਜਿਸ ਦਾ ਮਤਲਬ ਹੈ ਕਿ ਕੋਈ ਵੀ ਬਾਹਰ ਨਹੀਂ ਜਾ ਸਕਦਾ। ਕਾਰਾਂ, ਬੱਸਾਂ ਤੇ ਨਿੱਜੀ ਵਾਹਨ ਲੰਘ ਨਹੀਂ ਸਕਦੇ। ATM ਵੀ ਬੰਦ ਹੈ, ਸੁਪਰਮਾਰਕੀਟ ਵੀ ਬੰਦ ਹੈ। ਉਹਨਾਂ ਨੂੰ ਨਹੀਂ ਪਤਾ ਖਾਣ ਪੀਣ ਦਾ ਸਮਾਨ ਉਹਨਾਂ ਨੂੰ ਕੌਣ ਦੇ ਕੇ ਜਾਊਗਾ ਤੇ ਬਾਕੀ ਜਿਹੜੀਆਂ ਲੋੜਾਂ ਉਹ ਕਿਵੇਂ ਪੂਰੀਆਂ ਕਰਨੀਆਂ ਨੇ, ਜਿਉਂਦੇ ਕਿਵੇਂ ਰਹਿਣਾ ਹੈ। ਵਿਦਿਆਰਥੀਆਂ ਨੇ ਬੇਸਮੈਂਟ ਦੀ ਵੀਡੀਓ ਸਾਂਝੀ ਕੀਤੀ ਹੈ ਜਿੱਥੇ ਉਹ ਲੁਕੇ ਹੋਏ ਨੇ। ਅਗਲੀ ਤਸਵੀਰ ਵੀ ਯੂਕਰੇਨ ਦੇ ਵਿਦਿਆਰਥੀਆਂ ਦੀ ਹੈ। ਸਰਦੂਲਗੜ੍ਹ ਦੇ ਨੇੜਲੇ ਪਿੰਡ ਝੰਡਾ ਕਲਾਂ ਦੇ ਗੁਰਮੀਤ ਸਿੰਘ ਦੀ ਧੀ ਅਮਨਦੀਪ ਕੌਰ 12 ਦਸੰਬਰ 2020 ਨੂੰ MBBS ਦੀ ਪੜ੍ਹਾਈ ਕਰਨ ਲਈ ਯੂਕਰੇਨ ਗਈ ਸੀ ਤੇ ਹੁਣ ਉੱਥੇ ਦੂਜੇ ਸਾਲ ਦੀ ਵਿਦਿਆਰਥਣ ਹੈ। WhatsApp ਤੇ ਗੱਲ ਕਰਦਿਆਂ ਹੋਇਆ ਅਮਨਦੀਪ ਨੇ ਜਾਣਕਾਰੀ ਦਿੱਤੀ ਹੈ ਕਿ ਸਰਕਾਰ ਦੇ ਵੱਲੋਂ ਚੌਕਸ ਕਰਨ ਤੋਂ ਬਾਅਦ ਉਹਨਾਂ ਨੂੰ ਮੈਟਰੋ ਸਟੇਸ਼ਨ ਦੀ ਬੇਸਮੈਂਟ ਦੇ ਵਿੱਚ ਰੱਖਿਆ ਗਿਆ ਜਿੱਥੇ ਤਕਰੀਬਨ 800 ਦੇ ਕਰੀਬ ਵਿਦਿਆਰਥੀ ਲੁਕੇ ਹੋਏ ਨੇ। ਖਾਣ ਪੀਣ ਦੀਆਂ ਬਿਲਕੁਲ ਸੀਮਿਤ ਵਸਤੂਆਂ ਨੇ, ਬਹੁਤ ਹੀ ਤਰੀਕੇ ਦੇ ਨਾਲ ਉਹਨਾਂ ਵਸਤੂਆਂ ਦੀ ਵਰਤੋਂ ਕਰ ਰਹੇ ਨੇ। ਉਹਨਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਛੇਤੀ ਤੋਂ ਛੇਤੀ ਸਾਨੂੰ ਆਪਣੇ ਮੁਲਕ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ ਤੇ ਬਹੁਤ ਸਾਰੇ ਹਜ਼ਾਰਾਂ ਇਹੋ ਜਿਹੇ ਵਿਦਿਆਰਥੀ ਨੇ ਜਿਹੜੇ ਯੂਕਰੇਨ ਦੇ ਵਿੱਚ ਫਸੇ ਹੋਏ ਨੇ, ਜਿਨ੍ਹਾਂ ਦੇ ਮਾਪੇ ਬੜੇ ਪਰੇਸ਼ਾਨ ਨੇ। ਭਾਰਤ ਸਰਕਾਰ ਤੋਂ ਲਗਾਤਾਰ ਮੰਗ ਕਰ ਰਹੇ ਨੇ ਕਿ ਉਹਨਾਂ ਦੇ ਬੱਚਿਆਂ ਨੂੰ ਵਾਪਸ ਲਿਆਉਣ ਦਾ ਕੋਈ ਨਾ ਕੋਈ ਪ੍ਰਬੰਧ ਕੀਤਾ ਜਾਵੇ ਕਿਉਂਕਿ ਯੂਕਰੇਨ ਤੋਂ ਆਉਣ ਵਾਲੀਆਂ ਤੇ ਯੂਕਰੇਨ ਨੂੰ ਜਾਣ ਵਾਲੀਆਂ ਸਾਰੀਆਂ ਫਲਾਈਟਾਂ ਬੰਦ ਨੇ। ਤੇ ਇਸੇ ਦਰਮਿਆਨ ਰਾਹਤ ਵਾਲੀ ਖਬਰ ਇਹ ਮਿਲੀ ਹੈ ਕਿ ਭਾਰਤ ਸਰਕਾਰ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਦੇ ਲਈ 2 ਜਹਾਜ਼ ਭੇਜ ਰਹੀ ਹੈ। ਯੂਕਰੇਨ ਦੇ ਵਿੱਚ 20,000 ਦੇ ਕਰੀਬ ਭਾਰਤੀਆਂ ਦੇ ਫਸੇ ਹੋਣ ਦੀ ਜਾਣਕਾਰੀ ਹੈ ਤੇ 에ਅਰ ਇੰਡੀਆ ਨੇ 25 ਫਰਵਰੀ ਦੀ ਰਾਤ ਨੂੰ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਦੇ ਲਈ 2 ਉਡਾਣਾਂ ਭੇਜਣ ਦਾ ਐਲਾਨ ਕੀਤਾ। ਭਾਰਤੀ ਨਾਗਰਿਕ ਜਿਹੜੇ ਸੜਕ ਰਾਹੀਂ ਯੂਕਰੇਨ ਰੋਮਾਨੀਆ ਸਰਹੱਦਾਂ ਤੇ ਪਹੁੰਚੇ ਨੇ, ਉਹਨਾਂ ਨੂੰ ਭਾਰਤ ਸਰਕਾਰ ਦੇ ਅਧਿਕਾਰੀਆਂ ਦੇ ਵੱਲੋਂ ਬੁਖਾਰੈਸਟ ਲਿਆਂਦਾ ਜਾਵੇਗਾ ਤਾਂ ਜੋ ਉਹਨਾਂ ਨੂੰ 에ਅਰ ਇੰਡੀਆ ਦੀਆਂ 2 ਉਡਾਣਾਂ ਰਾਹੀਂ ਇੱਥੇ ਭਾਰਤ ਲਿਆਂਦਾ ਜਾ ਸਕੇ। ਕਰੀਬ ਜ਼ਿਆਦਾਤਰ ਜਿਹੜੇ ਉੱਥੇ ਫਸੇ ਹੋਏ ਲੋਕ ਨੇ ਉਹਨਾਂ ਦੇ ਵਿੱਚੋਂ ਵਿਦਿਆਰਥੀ ਜ਼ਿਆਦਾ ਨੇ। ਯੂਕਰੇਨ ਦੀ ਰਾਜਧਾਨੀ ਕੀਵ ਅਤੇ ਰੋਮਾਨੀਆ ਦੀ ਸਰਹੱਦ ਵਿਚਾਲੇ ਦੂਰੀ ਹੈ ਜਿਹੜੀ ਉਹ 600 ਕਿਲੋਮੀਟਰ ਹੈ। ਸੜਕ ਰਾਹੀਂ ਦੂਰੀ ਨੂੰ ਪੂਰਾ ਕਰਨ ਲਈ 8.5 ਤੋਂ ਲੈ ਕੇ 11 ਘੰਟੇ ਤੱਕ ਦਾ ਸਮਾਂ ਲੱਗਦਾ ਹੈ। ਯੂਕਰੇਨ ਰੋਮਾਨੀਆ ਸਰਹੱਦ ਤੋਂ ਬੁਖਾਰੈਸਟ ਤੱਕ ਦੀ ਦੂਰੀ ਲਗਭਗ 500 ਕਿਲੋਮੀਟਰ ਹੈ। ਹੁਣ ਦੇਖਦੇ ਹਾਂ ਕਿ ਜਿਹੜੀਆਂ ਇਹ 2 ਫਲਾਈਟਾਂ ਜਾ ਰਹੀਆਂ ਨੇ ਇਹਨਾਂ ਦੇ ਵਿੱਚ ਕਿੰਨੇ ਜਣੇ ਆ ਸਕਦੇ ਨੇ ਕਿਉਂਕਿ ਫਲਾਈਟਾਂ ਦੇ ਵਿੱਚ ਇਹ ਤਾਂ ਹੈ ਨਹੀਂ ਕਿ 20 ਦੇ 20,000 ਬੰਦੇ ਲਿਆਂਦੇ ਜਾ ਸਕਣਗੇ। ਕਿਹੜੇ ਉਹ ਕਹਿ ਸਕਦੇ ਆ ਕਿ ਖੁਸ਼ਕਿਸਮਤ ਹੋਣਗੇ ਜਿਹੜੇ ਇਹਨਾਂ ਫਲਾਈਟਾਂ ਦੇ ਵਿੱਚ ਭਾਰਤ ਆਉਣਗੇ, ਜਿਹੜੇ ਉਸ ਸਰਹੱਦ ਤੱਕ ਪਹੁੰਚ ਜਾਣਗੇ। ਤੇ ਭਾਰਤ ਸਰਕਾਰ ਹੰਗਰੀ ਤੇ ਰੋਮਾਨੀਆ ਦੇ ਰਾਹੀਂ ਭਾਰਤੀ ਵਿਦਿਆਰਥੀਆਂ ਨੂੰ ਹੁਣ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਦਰਮਿਆਨ ਭਾਰਤ ਨੇ ਯੂਕਰੇਨ ਦੇ ਵਿੱਚ ਰਹਿੰਦੇ ਭਾਰਤੀਆਂ ਦੇ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਨੇ ਕਿ ਸਾਰੇ ਜਣੇ ਉੱਥੇ ਘਬਰਾਉਣ ਨਾ, ਬਿਲਕੁਲ ਮਜ਼ਬੂਤ, ਸੁਰੱਖਿਅਤ ਤੇ ਸਾਵਧਾਨ ਰਹਿਣ। ਜਿੱਥੇ ਜਿੱਥੇ ਹੈਗੇ ਨੇ ਉੱਥੇ ਟਿਕੇ ਰਹਿਣ, ਹੌਸਲੇ ਦੇ ਵਿੱਚ ਰਹਿਣ, ਪ੍ਰਬੰਧ ਕੋਈ ਨਾ ਕੋਈ ਹੋ ਹੀ ਜਾਊਗਾ। ਭਾਰਤ ਨੇ ਕੁਝ ਥਾਵਾਂ ਤੇ ਆਪਣੀਆਂ ਟੀਮਾਂ ਪਹੁੰਚਣ ਦੀ ਗੱਲ ਵੀ ਕਹੀ ਹੈ, ਭਰੋਸਾ ਦਿੱਤਾ ਉੱਥੋਂ ਦੇ ਲੋਕਾਂ ਨੂੰ ਕਿ ਯੂਕਰੇਨ ਦੇ ਵਿੱਚ ਫਸੇ ਭਾਰਤੀ ਵੀ ਉਹਨਾਂ ਥਾਵਾਂ ਤੇ ਪਹੁੰਚਣ ਦੀ ਕੋਸ਼ਿਸ਼ ਕਰਨ। ਵਿਦਿਆਰਥੀਆਂ ਨੂੰ ਆਪਣੇ ਕੰਟਰੈਕਟਰ ਦੇ ਨਾਲ ਸੰਪਰਕ ਵਿੱਚ ਰਹਿਣ ਲਈ ਵੀ ਭਾਰਤ ਸਰਕਾਰ ਨੇ ਕਿਹਾ ਹੈ। ਜਿਹੜੀ ਤਾਜ਼ਾ ਐਡਵਾਈਜ਼ਰੀ ਜਾਰੀ ਕੀਤੀ ਹੈ ਉਹਦੇ ਵਿੱਚ ਕਿਹਾ ਗਿਆ ਕਿ ਜਿਹੜੀਆਂ ਕੁਝ ਚੀਜ਼ਾਂ ਨੇ, ਕੁਝ ਲੋੜੀਂਦੇ ਕਾਗਜ਼ ਆਪਣੇ ਨਾਲ ਰੱਖਣੇ ਨੇ। ਪਾਸਪੋਰਟ ਤੁਹਾਡੇ ਕੋਲ ਹੋਣਾ ਚਾਹੀਦਾ ਹੈ। ਐਮਰਜੈਂਸੀ ਖਰਚੇ
ਖਰਚੇ ਦੇ ਲਈ ਅਮਰੀਕੀ ਡਾਲਰ ਤੇ ਹੋਰ ਜ਼ਰੂਰੀ ਵਸਤੂਆਂ, ਕੁਝ ਖਾਣ ਪੀਣ ਦੀਆਂ ਜਾਂ ਕੋਈ ਮੈਡੀਕਲ ਤੁਹਾਡੀ ਕੋਈ ਲੋੜ ਹੈਗੀ ਆ ਉਹ ਹੋਣੀਆਂ ਚਾਹੀਦੀਆਂ ਨੇ। ਜੇ ਸੰਭਵ ਹੋਵੇ ਤਾਂ ਕੋਵਿਡ-19 ਦੇ ਦੋਵਾਂ ਟੀਕਿਆਂ ਵਾਲਾ ਸਰਟੀਫਿਕੇਟ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ ਭਾਰਤੀ ਤਿਰੰਗੇ ਦਾ ਪ੍ਰਿੰਟ ਲੈ ਕੇ ਯਾਤਰਾ ਵਾਲੇ ਵਾਹਨ ਤੇ ਲਾਇਆ ਜਾਵੇ ਤਾਂ ਕਿ ਪਛਾਣ ਹੋ ਸਕੇ ਕਿ ਤੁਸੀਂ ਭਾਰਤੀ ਨਾਗਰਿਕ ਹੋ ਤੇ ਤੁਹਾਨੂੰ ਇੱਧਰ ਆਉਣ ਲਈ ਕੁਝ ਨਾ ਕਿਹਾ ਜਾਵੇ, ਕਿਉਂਕਿ ਭਾਰਤ ਅਤੇ ਰੂਸ ਦੇ ਵਿਚਾਲੇ ਜੇ ਸੰਬੰਧਾਂ ਦੀ ਗੱਲ ਕਰ ਲਈ ਤਾਂ ਸੁਖਾਵੇਂ ਹੈਗੇ ਨੇ। ਭਾਰਤ ਸਰਕਾਰ ਆਪਣੇ ਰੂਸੀ ਹਮਰੁਤਬਾ ਦੇ ਨਾਲ ਗੱਲ ਵੀ ਕਰੇਗੀ ਤੇ ਜੇ ਭਾਰਤ ਸਰਕਾਰ ਜਾਂ ਕਹਦੀ ਕਿ ਭਾਰਤ ਮੁਲਕ ਦਾ ਝੰਡਾ ਲੱਗਿਆ ਹੋਵੇ ਤਾਂ ਸ਼ਾਇਦ ਉਹਨਾਂ ਨੂੰ ਕੋਈ ਜਿਹੜੀ ਤਕਲੀਫ ਹੈ ਉਹ ਨਹੀਂ ਪਹੁੰਚਾਈ ਜਾਵੇਗੀ। ਹੁਣੇ ਸਾਨੂੰ ਖਬਰ ਮਿਲ ਰਹੀ ਹੈ ਕਿ ਭਾਰਤੀ ਵਿਦਿਆਰਥੀਆਂ ਦਾ ਇੱਕ ਗਰੁੱਪ ਹੈ ਜਿਹੜਾ ਉਹ ਯੂਕਰੇਨ ਤੋਂ ਰਵਾਨਾ ਹੋ ਚੁੱਕਿਆ ਹੈ। ਇੱਕ ਦੋ ਤਸਵੀਰਾਂ ਸਾਹਮਣੇ ਆਈਆਂ ਨੇ ਜਿਹਦੇ ਵਿੱਚ ਭਾਰਤੀ ਵਿਦਿਆਰਥੀ ਇੱਕ ਬੱਸ ਦੇ ਬਾਹਰ ਖੜੇ ਦਿਖਾਈ ਦੇ ਰਹੇ ਨੇ, ਹੱਥ ਦੇ ਵਿੱਚ ਤਿਰੰਗਾ ਫੜਿਆ ਹੋਇਆ ਤੇ ਸਾਰੇ ਖੁਸ਼ ਨੇ। ਲਿਖਿਆ ਹੋਇਆ ਬੱਸ ਦੇ ਉੱਤੇ ਵੀ ਇੰਡੀਅਨ ਸਟੂਡੈਂਟਸ ਔਨ ਬੋਰਡ। ਸੋ ਅਸੀਂ ਆਸ ਕਰਦੇ ਹਾਂ ਕਿ ਸਾਰੇ ਜਿਹੜੇ ਵਿਦਿਆਰਥੀ ਨੇ ਉਹ ਸਹੀ ਸਲਾਮਤ ਵਾਪਸ ਆਪਣੇ ਘਰਾਂ ਨੂੰ ਮੁੜ ਆਉਣ। ਉਹਨਾਂ ਦੇ ਮਾਪਿਆਂ ਨੂੰ ਰੋਟੀ ਨਹੀਂ ਚੰਗੀ ਲੱਗਦੀ, ਘਰਾਂ ਦੇ ਵਿੱਚ ਚੁੱਲ੍ਹੇ ਨਹੀਂ ਬਲ ਰਹੇ। ਯੂਕਰੇਨ ਰੂਸ ਜੰਗ ਦੇ ਨਾਲ ਜੁੜੀ ਇੱਕ ਹੋਰ ਅਪਡੇਟ ਮਿਲ ਰਹੀ ਹੈ ਕਿ ਯੂਕਰੇਨ ਦੇ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਉਣ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ। ਅਪੀਲ ਕੀਤੀ ਗਈ ਹੈ ਕਿ ਕੇਂਦਰ ਸਰਕਾਰ ਇਸ ਸੰਬੰਧੀ ਕਦਮ ਚੁੱਕਣ ਦੇ ਲਈ ਹੁਕਮ ਦੇਵੇ। ਪਟੀਸ਼ਨਕਰਤਾ ਵਿਸ਼ਾਲ ਤਿਵਾੜੀ ਨੇ ਕਿਹਾ ਕਿ ਯੂਕਰੇਨ ਦੇ ਵਿੱਚ ਹਾਲੇ ਵੀ 18,000 ਵਿਦਿਆਰਥੀਆਂ ਸਣੇ 20,000 ਭਾਰਤੀ ਨਾਗਰਿਕ ਫਸੇ ਹੋਏ ਨੇ। ਇਹਨਾਂ ਭਾਰਤੀ ਨਾਗਰਿਕਾਂ ਨੂੰ ਮੈਡੀਕਲ ਸਹਾਇਤਾ, ਆਮ ਜਨਜੀਵਨ ਦੀਆਂ ਜ਼ਰੂਰੀ ਵਸਤੂਆਂ ਤੇ ਉਹਨਾਂ ਦੇ ਠਹਿਰਨ ਦੇ ਲਈ ਉੱਚ ਵਿਵਸਥਾ ਕਰਨ ਦੇ ਨਿਰਦੇਸ਼ ਨੇ ਜਿਹੜੇ ਉਹ ਭਾਰਤ ਸਰਕਾਰ ਨੂੰ ਦੇਣੇ ਚਾਹੀਦੇ ਨੇ ਸੰਬੰਧਿਤ ਵਿਭਾਗਾਂ ਨੂੰ। ਤੇ ਇੱਕ ਹੋਰ ਵੱਡੀ ਜਾਣਕਾਰੀ ਇਹ ਆ ਰਹੀ ਹੈ ਕਿ ਭਾਰਤ ਨੇ ਯੂਕਰੇਨ ਦੀ ਸਰਹੱਦ ਨਾਲ ਲੱਗਦੇ ਪੋਲੈਂਡ, ਰੋਮਾਨੀਆ, ਹੰਗਰੀ ਤੇ ਸਲੋਵਾਕੀਆ ਦੇ ਵਿੱਚ ਕੈਂਪ ਸਥਾਪਿਤ ਕਰ ਲਏ ਨੇ। ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਦੇ ਯਤਨ ਨੇ ਜਿਹੜੇ ਉਹ ਤੇਜ਼ ਕਰ ਦਿੱਤੇ ਨੇ। ਰੂਸ ਨੇ ਜਦੋਂ ਯੂਕਰੇਨ ਤੇ ਹਮਲਾ ਕੀਤਾ ਤਾਂ ਯੂਕਰੇਨ ਦੀਆਂ ਸਾਰੀਆਂ ਉਡਾਣਾਂ ਬੰਦ ਹੋ ਗਈਆਂ। ਉੱਥੋਂ ਭਾਰਤੀ ਨਾਗਰਿਕਾਂ ਨੂੰ ਵਾਪਸ ਕਿਵੇਂ ਲੈ ਕੇ ਆਉਣਾ ਹੈ, ਇਸ ਦੇ ਲਈ ਹੁਣ ਭਾਰਤ ਸਰਕਾਰ ਨੇ ਰਣਨੀਤੀ ਬਣਾਈ ਹੈ ਕਿ ਆਸ-ਪਾਸ ਦੇ ਜਿਹੜੇ ਮੁਲਕ ਨੇ ਉੱਥੇ ਕੈਂਪ ਸਥਾਪਿਤ ਕਰਕੇ ਬੱਸਾਂ ਦੇ ਰਾਹੀਂ ਉੱਥੋਂ ਨਾਗਰਿਕਾਂ ਨੂੰ ਕੱਢਿਆ ਜਾਵੇ। ਭਾਰਤੀ ਦੂਤਾਵਾਸ ਨੇ ਵੀ ਭਾਰਤੀ ਨਾਗਰਿਕਾਂ ਨੂੰ ਉੱਥੇ ਜਿਹੜੇ ਫਸੇ ਹੋਏ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਯੂਕਰੇਨ ਦੀ ਪੱਛਮੀ ਸਰਹੱਦ ਵੱਲ ਚਾਲੇ ਪਾਉਣ ਤਾਂ ਕਿ ਉਹਨਾਂ ਨੂੰ ਸੁਰੱਖਿਅਤ ਭਾਰਤ ਪਹੁੰਚਾਇਆ ਜਾ ਸਕੇ। ਪੱਛਮੀ ਸਰਹੱਦ ਨੇੜੇ ਰਹਿ ਰਹੇ ਭਾਰਤੀ ਵਿਦਿਆਰਥੀਆਂ ਨੂੰ ਕਿਹਾ ਗਿਆ ਕਿ ਉਹ ਵਿਦੇਸ਼ ਮੰਤਰਾਲੇ ਦੀਆਂ ਟੀਮਾਂ ਦੇ ਨਾਲ ਰਾਬਤਾ ਕਰਨ, ਬਾਰਡਰ ਚੈੱਕ ਪੋਸਟਾਂ ਤੇ ਪਹੁੰਚ ਜਾਣ। ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਨੇ। ਲਗਾਤਾਰ ਜਿਹੜੇ ਨੰਬਰ ਨੇ ਇਹ ਤੁਸੀਂ ਜਿਹੜਾ ਇੰਡੀਆ ਇਨ ਯੂਕਰੇਨ ਜਿਹੜਾ ਟਵਿੱਟਰ ਹੈਂਡਲ ਹੈ ਉੱਥੋਂ ਵੀ ਤੁਸੀਂ ਲੈ ਸਕਦੇ ਹੋ ਤੇ ਅਸੀਂ ਵੀ ਤੁਹਾਨੂੰ ਤੁਹਾਡੇ ਸਾਰਿਆਂ ਤੱਕ ਜਾਣਕਾਰੀ ਪਹੁੰਚਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਕਿ ਭਾਰਤ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਹੁਣ ਆਸ-ਪਾਸ ਦੀਆਂ ਸਰਹੱਦਾਂ ਦੇ ਰਾਹੀਂ, ਬੱਸਾਂ ਦੇ ਰਾਹੀਂ ਤੁਹਾਨੂੰ ਕੱਢਿਆ ਜਾਏਗਾ ਕਿਉਂਕਿ ਅਦਰਵਾਈਜ਼ ਯੂਕਰੇਨ ਦੇ ਵਿੱਚ ਕੋਈ ਵੀ ਫਲਾਈਟ ਹੁਣ ਨਹੀਂ ਚੱਲ ਰਹੀ। ਤੇ ਇੰਡੀਅਨ ਐਮਬੈਸੀ ਨੇ ਜਿਹੜੀ ਜਾਣਕਾਰੀ ਹੁਣੇ ਤਾਜ਼ਾ ਨਸ਼ਰ ਕੀਤੀ ਹੈ ਉਸ ਦੇ ਵਿੱਚ ਨਾਲ ਨੰਬਰ ਵੀ ਦਿੱਤੇ ਹੋਏ ਨੇ, ਤੁਸੀਂ ਨੰਬਰ ਨੋਟ ਕਰ ਸਕਦੇ ਹੋ। ਤੇ ਨਾਲ ਹੀ ਇਹ ਵੀ ਕਿਹਾ ਕਿ ਪੋਲੈਂਡ ਦੀ ਸਰਕਾਰ ਨੇ ਇਹ ਸਿਰਫ ਇਜਾਜ਼ਤ ਦਿੱਤੀ ਹੈ ਕਿ ਪੈਦਲ ਹੀ ਤੁਸੀਂ ਸਰਹੱਦ ਪਾਰ ਕਰ ਸਕਦੇ ਹੋ। ਜਿਹੜੀ ਇੱਕ ਨਾਲ ਲੱਗਦੀ ਹੈ ਯੂਕਰੇਨ ਤੇ ਪੋਲੈਂਡ ਦੇ ਨਾਲ ਲੱਗਦੀ ਸਰਹੱਦ ਹੈ ਉਹਦੇ ਵਿੱਚ ਤੁਸੀਂ ਉਹਨੂੰ ਕ੍ਰਾਸ ਕਰਨ ਦੇ ਲਈ ਤੁਹਾਨੂੰ ਪੈਦਲ ਹੀ ਜਾਣਾ ਪਵੇਗਾ। ਸੋ ਸਾਰੇ ਜਿਹੜੇ ਭਾਰਤੀ ਨਾਗਰਿਕ ਉੱਥੇ ਫਸੇ ਹੋਏ ਨੇ ਉਹ ਜਿੰਨੀ ਜਲਦੀ ਉਹਨਾਂ ਨੂੰ ਭਾਰਤ ਸਰਕਾਰ ਦਾ ਸੁਨੇਹਾ ਮਿਲਦਾ ਹੈ ਉਹ ਸਰਹੱਦ ਵੱਲ, ਯੂਕਰੇਨ ਦੀ ਪੱਛਮੀ ਸਰਹੱਦ ਵੱਲ ਚਾਲੇ ਪਾਉਣੇ ਸ਼ੁਰੂ ਕਰ ਦੇਣ, ਬਾਰਡਰ ਚੈੱਕ ਪੋਸਟਾਂ ਤੇ ਪਹੁੰਚਣਾ ਸ਼ੁਰੂ ਕਰ ਦੇਣ, ਪਰ ਸਿਰਫ ਪੱਛਮੀ ਸਰਹੱਦ ਵੱਲ। ਯੂਕਰੇਨ ਦੇ ਵਿੱਚ ਫਸੇ ਹੋਏ ਪੰਜਾਬ ਦੇ ਨਾਗਰਿਕਾਂ, ਵਿਦਿਆਰਥੀਆਂ ਸਮੇਤ ਸਾਰੇ ਨਾਗਰਿਕ ਜਿਹੜੇ ਉੱਥੇ ਫਸੇ ਹੋਏ ਨੇ ਉਹਨਾਂ ਦੇ ਲਈ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਦੇ ਵੱਲੋਂ ਹੈਲਪਲਾਈਨ ਨੰਬਰ ਜਾਰੀ ਕੀਤੇ ਜਾ ਰਹੇ ਨੇ। ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਨਾਲ ਸੰਬੰਧਿਤ ਯੂਕਰੇਨ 'ਚ ਫਸੇ ਹੋਏ ਵਿਦਿਆਰਥੀਆਂ ਦੇ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਨੰਬਰ ਤੁਸੀਂ ਨੋਟ ਕਰ ਲਓ 0183 2500 598। ਇੱਥੇ ਤੁਸੀਂ ਫੋਨ ਕਰ ਸਕਦੇ ਹੋ, ਵਿਦਿਆਰਥੀ ਫੋਨ ਕਰ ਸਕਦੇ ਨੇ, ਉਹਨਾਂ ਦੇ ਮਾਪੇ, ਉਹਨਾਂ ਦੇ ਰਿਸ਼ਤੇਦਾਰ ਫੋਨ ਕਰਕੇ ਯੂਕਰੇਨ ਦੇ ਵਿੱਚ ਫਸੇ ਹੋਏ ਜਿਹੜੇ ਵਿਅਕਤੀ ਨੇ ਉਹਨਾਂ ਦੀ ਸੂਚਨਾ ਉਹ ਦੇ ਸਕਦੇ ਨੇ ਕਿਉਂਕਿ ਹੁਣ ਡੀਸੀ ਗੁਰਪ੍ਰੀਤ ਸਿੰਘ ਖਹਿਰਾ ਲਗਾਤਾਰ ਆਪਣੇ ਜ਼ਿਲ੍ਹੇ ਦੇ ਸਾਰੇ ਯੂਕਰੇਨ ਦੇ ਵਿੱਚ ਰਹਿੰਦੇ ਨਾਗਰਿਕਾਂ ਦੀ ਜਾਣਕਾਰੀ ਇਕੱਠੀ ਕਰ ਰਹੇ ਨੇ ਕਿਉਂਕਿ ਜਿਵੇਂ ਹੀ ਭਾਰਤ ਸਰਕਾਰ ਨੇ ਪੂਰੇ ਮੁਲਕ ਦੇ ਵਿੱਚ ਸਾਰੇ ਸੂਬਿਆਂ ਤੋਂ ਜਾਣਕਾਰੀ ਮੰਗਣੀ ਹੈ ਤਾਂ ਜੋ ਇਹ ਤੁਰੰਤ ਲਿਸਟ ਹੈ ਜਿਹੜੀ ਉਹ ਭੇਜ ਸਕਣ। ਸੋ ਤੁਸੀਂ ਅੰਮ੍ਰਿਤਸਰ ਦੇ ਨਾਲ
ਜਿਹੜੇ ਸੰਬੰਧਿਤ ਲੋਕ ਨੇ ਉਹ ਇਸ ਨੰਬਰ ਤੇ ਫੋਨ ਕਰਕੇ ਪ੍ਰਸ਼ਾਸਨ ਨੂੰ ਜ਼ਰੂਰ ਜਾਣਕਾਰੀ ਦੇਣ ਕਿ ਤੁਹਾਡਾ ਜਿਹੜਾ ਵਿਅਕਤੀ ਹੈ, ਤੁਹਾਡੇ ਪਰਿਵਾਰ ਦਾ ਮੈਂਬਰ ਹੈ, ਵਿਦਿਆਰਥੀ ਹੈ, ਉਹ ਯੂਕਰੇਨ ਦੇ ਵਿੱਚ ਕਿਹੜੇ ਜ਼ਿਲ੍ਹੇ ਦੇ ਵਿੱਚ ਰਹਿੰਦਾ ਹੈ, ਕਿਹੜੇ ਸ਼ਹਿਰ ਦੇ ਵਿੱਚ ਉਹਦਾ ਐਡਰੈਸ ਕੀ ਹੈ, ਉਹਦਾ ਪਾਸਪੋਰਟ ਨੰਬਰ ਕੀ ਹੈ, ਉਹਦਾ ਨਾਮ ਤੇ ਉਹਦੇ ਪਿਤਾ ਦਾ ਨਾਮ, ਇਹ ਸਾਰੀਆਂ ਜਾਣਕਾਰੀਆਂ ਤੁਸੀਂ ਸਾਂਝੀਆਂ ਕਰਨੀਆਂ ਨੇ। ਇਸੇ ਤਰ੍ਹਾਂ ਜਲੰਧਰ ਜ਼ਿਲ੍ਹੇ ਨਾਲ ਸੰਬੰਧਿਤ ਜਿਹੜੇ ਵਿਦਿਆਰਥੀ ਨੇ ਜਾਂ ਨਾਗਰਿਕ ਨੇ ਉੱਥੇ ਫਸੇ ਹੋਏ ਨੇ, ਉਹਨਾਂ ਦੇ ਲਈ ਨੰਬਰ ਹੈ 0181 222 44 17 0181 222 44 17। ਇਹ ਨੰਬਰ ਹੈ, ਇੱਥੇ ਤੁਸੀਂ ਫੋਨ ਕਰ ਸਕਦੇ ਹੋ, ਪਰ ਇਹ ਸਿਰਫ ਜਲੰਧਰ ਦੇ ਨਾਗਰਿਕਾਂ ਦੇ ਲਈ ਹੈ। ਇਸੇ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਾਰਤੀ ਵਿਦੇਸ਼ ਮੰਤਰੀ ਸੁਬਰਾਮਣੀਅਮ ਜੈਸ਼ੰਕਰ ਨੂੰ ਚਿੱਠੀ ਲਿਖੀ ਹੈ। ਚਿੱਠੀ ਵਿੱਚ ਉਹਨਾਂ ਲਿਖਿਆ ਕਿ ਯੂਕਰੇਨ ਦੇ ਵਿੱਚ ਕਈ ਵਿਦਿਆਰਥੀ ਤੇ ਪੰਜਾਬੀ ਨਾਗਰਿਕ ਫਸੇ ਹੋਏ ਨੇ, ਜਿਨ੍ਹਾਂ ਦੇ ਘਰ ਵਾਲੇ ਚਿੰਤਾ ਦੇ ਵਿੱਚ ਨੇ। ਉਹਨਾਂ ਨੂੰ ਉੱਥੇ ਰਹਿਣ ਲਈ ਥਾਂ, ਪੈਸਾ ਸਣੇ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੈਂ ਤੁਹਾਨੂੰ ਅਪੀਲ ਕਰਦਾ ਕਿ ਤੁਰੰਤ ਉਹਨਾਂ ਪੰਜਾਬੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ ਅਤੇ ਉੱਥੇ ਵੀ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਉਹ ਰੂਸ ਵੱਲੋਂ ਕੀਤੇ ਹਮਲੇ ਤੋਂ ਬਾਅਦ ਯੂਕਰੇਨ ਦੇ ਵਿੱਚ ਫਸੇ ਪੰਜਾਬੀ ਵਿਦਿਆਰਥੀਆਂ ਨੂੰ ਇੱਥੇ ਲਿਆਉਣਾ ਯਕੀਨੀ ਬਣਾਉਣ ਤੇ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ। ਹਰਸਿਮਰਤ ਕੌਰ ਬਾਦਲ ਨੇ ਯੂਕਰੇਨ ਦੇ ਵੱਖ-ਵੱਖ ਕਾਲਜਾਂ ਵਿੱਚ ਪੜ੍ਹਦੇ ਪੰਜਾਬ ਦੇ 33 ਵਿਦਿਆਰਥੀਆਂ ਦੀ ਸੂਚੀ ਵੀ ਸਾਂਝੀ ਕੀਤੀ ਹੈ। ਅਸੀਂ ਸਾਰੇ ਫਿਕਰਮੰਦ ਨੇ, ਲੇਕਿਨ ਖਾਸ ਤੌਰ ਤੇ ਜਿਹੜੇ ਮਾਪਿਆਂ ਦੇ ਬੱਚੇ ਉੱਥੇ ਪੜ੍ਹਾਈ ਵਾਸਤੇ ਗਏ ਨੇ, ਮੈਡੀਕਲ ਦੇ ਬਹੁਤ ਸਾਰੇ ਸਟੂਡੈਂਟਸ ਉੱਥੇ ਜਾ ਕੇ ਪੜ੍ਹਾਈ ਲੈ ਰਹੇ ਨੇ, ਉਹਨਾਂ ਦੇ ਮਾਪਿਆਂ ਨੂੰ ਉਹਨਾਂ ਦੀ ਤਾਂ ਨੀਂਦ ਹੀ ਉੜ ਗਈ ਹੈ ਤੇ ਬਿਲਕੁਲ ਜਾਇਜ਼ ਵੀ ਹੈਗਾ। ਮੈਂ ਆਹੀ ਦੱਸਣਾ ਚਾਹੁੰਦੀ ਹਾਂ ਕਿ ਜਿਹੜੇ 50-60 ਮਾਪਿਆਂ ਨੇ ਮੈਨੂੰ ਅਪਰੋਚ ਕੀਤਾ ਹੈ ਵੱਖ-ਵੱਖ ਪੰਜਾਬ ਦੇ ਅੱਡ-ਅੱਡ ਜ਼ਿਲ੍ਹਿਆਂ ਤੋਂ, ਪਠਾਨਕੋਟ ਤੋਂ, ਜਲੰਧਰ ਤੋਂ, ਪਟਿਆਲੇ ਤੋਂ, ਮਲੋਟ ਤੋਂ, ਮੁਕਤਸਰ ਤੋਂ, ਪੁੱਛੋ ਤੋਂ, ਬਠਿੰਡੇ ਤੋਂ, ਰਾਜਪੁਰਾ ਤੋਂ, ਜਿਨ੍ਹਾਂ ਦੇ ਮੇਰੇ ਕੋਲ ਨਾਂ ਆ ਰਹੇ ਨੇ, ਉਹ ਸਾਰੀ ਲਿਸਟਾਂ ਬਣਾ ਕੇ ਚਿੱਠੀ ਐਕਸਟਰਨਲ ਅਫੇਅਰਸ ਮਿਨਿਸਟਰ ਨੂੰ ਵੀ ਮੈਂ ਭੇਜ ਦਿੱਤੀ ਹੈ। ਜਿਹੜੇ ਐਕਸਟਰਨਲ ਅਫੇਅਰਸ ਮਿਨਿਸਟਰ ਦੇ ਸੈਕਟਰੀ ਇੰਚਾਰਜ ਨੇ, ਉਹਨਾਂ ਨਾਲ ਮੇਰਾ ਪੂਰਾ ਸੰਪਰਕ ਹੈਗਾ, ਲਿਸਟਾਂ ਉਹਨਾਂ ਦੇ ਕੋਲ ਵੀ ਹੈਗੀਆਂ ਤੇ ਉਹਨਾਂ ਨੇ ਮੈਨੂੰ ਯੂਕਰੇਨ 'ਚ ਸਾਡੇ ਐਮਬੈਸੀ 'ਚ ਜਿਹੜਾ ਇਹ ਹੈਂਡਲ ਕਰ ਰਹੇ ਨੇ ਉਹਨਾਂ ਦਾ ਵੀ ਐਡਰੈਸ ਤੇ ਨੰਬਰ ਦਿੱਤਾ ਹੈ ਤੇ ਲਗਾਤਾਰ ਉਹਨਾਂ ਦੇ ਨਾਲ ਵੀ ਮੇਰਾ ਤਾਲਮੇਲ ਹੈ। ਇਹ ਬੱਚਿਆਂ ਦੇ ਨੰਬਰ ਐਡਰੈਸ ਉਹਨਾਂ ਨੂੰ ਦਿੱਤੇ ਜਾ ਰਹੇ ਨੇ ਤਾਂ ਕਿ ਯੂਕਰੇਨ ਦੀ ਐਮਬੈਸੀ ਬੱਚਿਆਂ ਨੂੰ ਉੱਥੇ ਕੰਟੈਕਟ ਕਰਕੇ ਉਹਨਾਂ ਨੂੰ ਸਹੀ ਸਲਾਮਤ ਜਿੱਥੋਂ ਵੀ ਜਦੋਂ ਵੀ ਫਲਾਈਟਾਂ ਸ਼ੁਰੂ ਹੁੰਦੀਆਂ ਉਹਨਾਂ ਨੂੰ ਘਰ ਵਾਪਸ ਲਾਉਣ ਵਾਸਤੇ ਪੂਰਾ ਜ਼ੋਰ ਲਾਇਆ ਜਾਏ। ਆਮ ਆਦਮੀ ਪਾਰਟੀ ਨੇ ਵੀ ਯੂਕਰੇਨ ਦੇ ਵਿੱਚ ਫਸੇ ਪੰਜਾਬੀਆਂ ਦੀ ਮਦਦ ਦੇ ਲਈ ਹੱਥ ਵਧਾਇਆ ਹੈ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸੀਐਮ ਚਿਹਰੇ ਦੇ ਉਮੀਦਵਾਰ ਭਗਵੰਤ ਮਾਨ ਨੇ ਇੱਕ ਨੰਬਰ ਜਾਰੀ ਕੀਤਾ ਹੈ। ਯੂਕਰੇਨ ਦੇ ਵਿੱਚ ਫਸੇ ਪੰਜਾਬੀਆਂ ਤੇ ਉਹਨਾਂ ਦੇ ਪਰਿਵਾਰਾਂ, ਰਿਸ਼ਤੇਦਾਰਾਂ ਨੂੰ ਬੇਨਤੀ ਕੀਤੀ ਹੈ ਕਿ ਜੇ ਤੁਸੀਂ ਸਾਡੀ ਮਦਦ ਲੈਣੀ ਚਾਹੁੰਦੇ ਹੋ ਤਾਂ 987778 47778 ਤੇ ਸੰਪਰਕ ਕਰੋ। ਫਿਲਹਾਲ ਯੂਕਰੇਨ ਤੋਂ ਆਉਣ ਤੇ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਨੇ। ਇਸੇ ਦਰਮਿਆਨ ਇੱਕ ਵੱਡੀ ਖਬਰ ਇਹ ਮਿਲ ਰਹੀ ਹੈ ਕਿ ਹੋ ਸਕਦਾ ਹੈ ਯੂਕਰੇਨ ਤੇ ਰੂਸ ਦੇ ਵਿਚਾਲੇ ਜੰਗ ਹੈ ਜਿਹੜੀ ਉਹ ਛੇਤੀ ਮੁੱਕ ਜਾਵੇ। ਆਪਾਂ ਲਗਾਤਾਰ ਇਹ ਦੁਆ ਕਰ ਰਹੇ ਹਾਂ, ਅਰਦਾਸਾਂ ਕਰ ਰਹੇ ਹਾਂ ਕਿ ਬਿਨਾਂ ਮਤਲਬ ਤੋਂ ਖੂਨ ਨਾ ਡੁੱਲੇ, ਲੋਕਾਂ ਦਾ ਜੰਗ ਛੇਤੀ ਬੰਦ ਹੋ ਜਾਵੇ। ਤੇ ਜਾਣਕਾਰੀ ਇਹ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਦੇ ਨਾਲ ਸ਼ੁੱਕਰਵਾਰ ਨੂੰ ਫੋਨ ਤੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਰੂਸ ਯੂਕਰੇਨ ਦੇ ਨਾਲ ਉੱਚ ਪੱਧਰੀ ਗੱਲਬਾਤ ਕਰਨ ਦਾ ਇੱਛੁਕ ਹੈ, ਯਾਨੀ ਕਿ ਟੇਬਲ ਟਾਕ ਹੋ ਸਕਦੀ ਹੈ। ਚੀਨ ਦੇ ਸਰਕਾਰੀ ਟੈਲੀਵਿਜ਼ਨ ਸੀਸੀਟੀਵੀ ਨੇ ਇਹ ਜਾਣਕਾਰੀ ਦਿੱਤੀ ਹੈ ਤੇ ਜੇ ਟੇਬਲ ਟਾਕ ਹੁੰਦੀ ਹੈ ਤਾਂ ਜ਼ਾਹਿਰ ਤੌਰ ਤੇ ਕੋਈ ਨਾ ਕੋਈ ਵਿਚੋਲਾ ਹੋਵੇਗਾ ਤੇ ਵਿਚੋਲਾ ਹੋ ਸਕਦਾ ਹੈ ਰੂਸ ਹੋਵੇ। ਤੇ ਜਦੋਂ ਟੇਬਲ ਟਾਕ ਹੁੰਦੀ ਹੈ ਕੋਈ ਨਾ ਕੋਈ ਹੱਲ ਨਿਕਲ ਆਉਂਦਾ ਹੈ ਤੇ ਜੇ ਜੰਗ ਦੇ ਵਿੱਚ ਸਿਰਫ ਤੋਪਾਂ ਹੀ ਚਲਾਈਆਂ ਜਾਣ ਤਾਂ ਸਿਰਫ ਤੇ ਸਿਰਫ ਨੁਕਸਾਨ ਹੀ ਹੁੰਦਾ ਹੈ। ਯੂਕਰੇਨ ਤੋਂ ਅਪਡੇਟ ਇਹ ਹੈ ਕਿ ਯੂਕਰੇਨ ਦੀ ਫੌਜ ਨੇ ਸਾਰਿਆਂ ਨੂੰ ਫੌਜ ਦੇ ਵਿੱਚ ਭਰਤੀ ਹੋਣ ਦਾ ਸੱਦਾ ਦਿੱਤਾ ਹੈ। ਸਾਰੇ ਉਹ ਲੋਕ ਜਿਹੜੇ ਫੌਜ ਦੇ ਵਿੱਚ ਭਰਤੀ ਹੋ ਕੇ ਆਪਣੇ ਦੇਸ਼ ਦਾ ਸਾਥ ਦੇਣ ਦੇ ਇੱਛੁਕ ਨੇ। ਫੌਜ ਨੇ ਟਵੀਟ ਕੀਤਾ ਹੈ ਕਿ ਸਾਰੇ ਨਾਗਰਿਕ ਉਮਰ ਦੀ ਪਰਵਾਹ ਕੀਤੇ ਬਿਨਾਂ ਫੌਜ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ, ਭਾਵੇਂ ਉਹ ਨਾਬਾਲਿਗ ਹੀ ਕਿਉਂ ਨਾ ਹੋਣ। ਫੌਜਾਂ ਦੇ ਕਮਾਂਡਰ ਯੂਰੀ ਗਾਲਸ਼ੁਕਿਨ ਨੇ ਬਿਆਨ ਦਿੱਤਾ ਹੈ ਕਿ ਯੂਕਰੇਨ ਨੂੰ ਅੱਜ ਹਰ ਚੀਜ਼ ਦੀ ਲੋੜ ਹੈ। ਸ਼ਾਮਿਲ ਹੋਣ ਦੀਆਂ ਸਾਰੀਆਂ ਜਿਹੜੀਆਂ ਪ੍ਰਕਿਰਿਆਵਾਂ ਨੇ ਉਹ ਸੌਖੀਆਂ ਕਰ ਦਿੱਤੀਆਂ ਗਈਆਂ ਨੇ। ਸਿਰਫ ਤੁਸੀਂ ਆਪਣਾ ਪਾਸਪੋਰਟ ਤੇ ਸ਼ਨਾਖਤੀ ਨੰਬਰ ਲੈ ਕੇ ਆਉਣਾ ਹੈ। ਉਮਰ ਦੀ ਕੋਈ ਹੱਦ ਨਹੀਂ ਹੈ, ਫੌਜ ਦੇ ਵਿੱਚ ਤੁਸੀਂ ਸ਼ਾਮਿਲ ਹੋ ਸਕਦੇ ਹੋ। ਯੂਕਰੇਨ ਦੀ ਫੌਜ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ। ਫੌਜ ਦੇ ਮੁਤਾਬਿਕ ਇਹ ਵੀਡੀਓ ਉੱਤਰ ਪੂਰਬੀ ਸ਼ਹਿਰ ਸੂਮੀ ਦੇ ਵਿੱਚ ਰੂਸੀ ਹਮਲਾਵਰਾਂ ਅਤੇ ਯੂਕਰੇਨ ਦੇ ਸੁਰੱਖਿਆ ਬਲਾਂ ਦੇ ਵਿਚਾਲੇ ਸੜਕ ਤੇ ਹੋਈ ਗੋਲੀਬਾਰੀ ਦਾ ਹੈ। 2,60,000 ਤੋਂ ਵੱਧ ਆਬਾਦੀ ਵਾਲਾ ਸ਼ਹਿਰ ਸੂਮੀ ਖੇਤਰੀ ਰਾਜਧਾਨੀ ਹੈ। ਰੂਸੀ ਸਰਹੱਦ ਤੋਂ 30 ਕਿਲੋਮੀਟਰ ਤੋਂ ਵੀ ਘੱਟ ਦੂਰੀ ਤੇ ਸਥਿਤ ਹੈ। ਸਥਾਨਕ
ਪ੍ਰਸ਼ਾਸਨ ਦੇ ਮੁਖੀ ਦਮਿਤਰੋ ਜ਼ਾਇਵਿਤਸਕੀ ਨੇ ਕਿਹਾ ਕਿ ਰੂਸੀ ਫੌਜ ਦਾ ਇੱਕ ਵੱਡਾ ਦਸਤਾ ਪੱਛਮੀ ਸੂਮੀ ਤੋਂ ਰਾਜਧਾਨੀ ਕੀਵ ਵੱਲ ਵਧ ਰਿਹਾ ਹੈ। ਨੇੜਲੇ ਸ਼ਹਿਰ ਕੋਨੋਟੋਪ ਨੂੰ ਵੀ ਹੁਣ ਰੂਸੀ ਫੌਜਾਂ ਨੇ ਘੇਰਾ ਪਾ ਲਿਆ। ਇਸੇ ਦਰਮਿਆਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੇ ਯੂਰਪੀਅਨ ਯੂਨੀਅਨ ਦੇ ਯੂਰਪੀ ਕਾਉਂਸਲ ਦੀ ਹੰਗਾਮੀ ਬੈਠਕ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਜਿਹੜੇ ਦੁਨੀਆ ਭਰ ਦੇ ਵੱਡੇ ਲੀਡਰ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਯੂਕਰੇਨ ਦੀ ਰੂਸ ਦੇ ਖਿਲਾਫ ਮਦਦ ਕਰਨ। ਉਹਨਾਂ ਨੇ ਪੱਛਮ ਤੋਂ ਮੰਗ ਕੀਤੀ ਹੈ ਕਿ ਰੂਸ ਖਿਲਾਫ ਤੁਰੰਤ ਸਖਤ ਪਾਬੰਦੀਆਂ ਲਾਈਆਂ ਜਾਣ, ਰੂਸ ਨੂੰ ਸਵਿਫਟ ਤੋਂ ਬਾਹਰ ਕੀਤਾ ਜਾਵੇ, ਤੇਲ ਅਤੇ ਕੁਦਰਤੀ ਗੈਸ ਦੇ ਕਾਰੋਬਾਰ ਤੇ ਆਰਜ਼ੀ ਰੋਕਾਂ ਲਾ ਦਿੱਤੀਆਂ ਜਾਣ, ਫੌਜ ਦੀ ਹਥਿਆਰਾਂ ਤੇ ਗੋਲਾ ਬਾਰੂਦ ਦੇ ਨਾਲ ਯੂਕਰੇਨ ਦੀ ਮਦਦ ਕੀਤੀ ਜਾਵੇ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨੇ ਇਹ ਵੀ ਇੱਕ ਬਿਆਨ ਦਿੱਤਾ ਹੈ ਕਿ ਰੂਸੀ ਖਾਸ ਕਰਕੇ ਮੈਨੂੰ ਖਤਮ ਕਰਨਾ ਚਾਹੁੰਦੇ ਨੇ। ਵੀਡੀਓ ਜਾਰੀ ਕੀਤਾ ਹੈ, ਕਹਿੰਦੇ ਰੂਸ ਯੂਕਰੇਨ ਦੇ ਸਿਰ ਨੂੰ ਸਿਆਸੀ ਤੌਰ ਤੇ ਤਬਾਹ ਕਰਨਾ ਚਾਹੁੰਦਾ ਹੈ। ਮੈਂ ਕਹਿੰਦੇ ਦੁਸ਼ਮਣਾਂ ਦਾ ਪਹਿਲਾ ਨਿਸ਼ਾਨਾ ਹਾਂ ਤੇ ਮੇਰਾ ਪਰਿਵਾਰ ਦੂਜੇ ਨੰਬਰ ਤੇ ਹੈ। ਹਾਲਾਂਕਿ ਜ਼ਮੀਨੀ ਹਕੀਕਤ ਦੇ ਜੇ ਦੇਖ ਲਈਏ ਤਾਂ ਸਿਆਸਤਦਾਨਾਂ ਤੱਕ ਤਾਂ ਜਾਂ ਰਾਸ਼ਟਰਪਤੀ ਤੱਕ ਤਾਂ ਹਲੇ ਰੂਸੀ ਫੌਜਾਂ ਨਹੀਂ ਪਹੁੰਚ ਸਕੀਆਂ, ਪਰ ਫੌਜੀ ਜ਼ਰੂਰ ਮਰ ਰਹੇ ਨੇ। ਆਮ ਨਾਗਰਿਕ ਜ਼ਰੂਰ ਇਸ ਜੰਗ ਦੇ ਵਿੱਚ ਆਪਣੀਆਂ ਜਾਨਾਂ ਗਵਾ ਰਹੇ ਨੇ। ਰੂਸ ਦੇ ਯੂਕਰੇਨ ਤੇ ਹਮਲੇ ਦਾ ਦੂਸਰਾ ਦਿਨ ਰਿਹਾ ਸ਼ੁੱਕਰਵਾਰ ਨੂੰ। ਦੂਸਰੇ ਦਿਨ ਵੀ ਰਾਜਧਾਨੀ ਕੀਵ ਦੇ ਵਿੱਚ ਜ਼ੋਰਦਾਰ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਸਾਨੂੰ ਪੂਰਾ ਪਤਾ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਯੂਕਰੇਨ ਸਰਕਾਰ ਦਾ ਤਖਤਾ ਪਲਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਸੇ ਦਰਮਿਆਨ ਯੂਕਰੇਨ ਬਾਰਡਰ ਗਾਰਡ ਸਰਵਿਸਿਜ਼ ਨੇ ਹੁਕਮ ਦੇ ਦਿੱਤਾ ਕਿ 18 ਤੋਂ 60 ਸਾਲ ਦੀ ਉਮਰ ਦੇ ਸਾਰੇ ਯੂਕਰੇਨੀ ਪੁਰਸ਼ ਉਹ ਮੁਲਕ ਛੱਡ ਕੇ ਨਹੀਂ ਜਾ ਸਕਦੇ, ਕਿਉਂਕਿ ਪੂਰੇ ਦੇਸ਼ ਦੇ ਵਿੱਚ ਮਾਰਸ਼ਲ ਲਾ ਹੈ ਜਿਹੜਾ ਉਹ ਲਾਗੂ ਕਰ ਦਿੱਤਾ ਗਿਆ। ਮਾਰਸ਼ਲ ਲਾ ਦਾ ਮਤਲਬ ਹੁੰਦਾ ਹੈ ਕਿ ਕੋਈ ਵੀ ਆਪਣੇ ਘਰ ਚੋਂ ਬਾਹਰ ਨਹੀਂ ਨਿਕਲ ਸਕਦਾ। ਹਾਲਾਂਕਿ ਯੂਕਰੇਨੀ ਨਾਗਰਿਕ ਸੁਰੱਖਿਅਤ ਥਾਵਾਂ ਵੱਲ ਭੱਜ ਕੇ ਜਾ ਰਹੇ ਨੇ। ਪੋਲੈਂਡ ਤੇ ਰੋਮਾਨੀਆ ਦੀ ਸਰਹੱਦ ਨਾਲ ਲੱਗਦੇ ਖੇਤਰ ਵੱਲ ਵੀ ਵੱਧ ਰਹੇ ਨੇ। ਯੂਕਰੇਨ ਦੇ ਵਿੱਚ ਜ਼ਿਆਦਾਤਰ ਲੋਕ ਇਸ ਵਕਤ ਬੰਕਰਾਂ ਤੇ ਭੂਮੀਗਤ ਮੈਟਰੋ ਸਟੇਸ਼ਨਾਂ ਦੇ ਵਿੱਚ ਰਹਿ ਰਹੇ ਨੇ, ਯਾਨੀ ਕਿ ਬੇਸਮੈਂਟ ਦੇ ਵਿੱਚ ਜਿਹੜੇ ਮੈਟਰੋ ਸਟੇਸ਼ਨ ਬਣੇ ਹੁੰਦੇ ਨੇ ਜ਼ਮੀਨ ਦੇ ਵਿੱਚ, ਉਹਨਾਂ ਦੇ ਵਿੱਚ ਚਲੇ ਗਏ ਨੇ। ਭਾਰਤ ਦੇ ਵੀ ਬਹੁਤ ਸਾਰੇ ਵਿਦਿਆਰਥੀ ਮੈਟਰੋ ਸਟੇਸ਼ਨਾਂ ਤੇ ਰਹਿ ਰਹੇ ਨੇ। ਰੂਸ ਨੇ ਜਿਹੜਾ ਹਮਲਾ ਕੀਤਾ ਯੂਕਰੇਨ ਤੇ, ਉਸ ਦੇ ਖਿਲਾਫ ਰੂਸ ਦੇ ਹੀ ਵੱਡੀ ਗਿਣਤੀ ਵਿੱਚ ਲੋਕ ਸੜਕਾਂ ਤੇ ਉਤਰੇ ਨੇ। ਰੂਸ ਦੇ ਲੋਕਾਂ ਨੇ ਜਦੋਂ ਰੋਸ ਮੁਜ਼ਾਹਰੇ ਕੀਤੇ ਨੇ ਤਾਂ 1700 ਦੇ ਕਰੀਬ ਲੋਕਾਂ ਨੂੰ ਇੱਥੇ ਰੂਸ ਦੀਆਂ ਫੌਜਾਂ ਨੇ, ਪ੍ਰਸ਼ਾਸਨ ਨੇ ਗ੍ਰਿਫਤਾਰ ਵੀ ਕਰ ਲਿਆ। ਤੇ ਇਸ ਹਮਲੇ ਦੇ ਵਿੱਚ ਰੂਸੀ ਫੌਜਾਂ ਨੇ ਚਰਨੋਬਲ ਪਰਮਾਣੂ ਪਾਵਰ ਪਲਾਂਟ ਦਾ ਕੰਟਰੋਲ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਰਾਸ਼ਟਰਪਤੀ ਦੇ ਸਲਾਹਕਾਰ ਮਾਈਖਾਈਲੋ ਪੋਡੋਲੀਕ ਨੇ ਕਿਹਾ ਕਿ ਵੀਰਵਾਰ ਨੂੰ ਹੋਇਆ ਬਿਲਕੁਲ ਵਿਅਰਥ ਹਮਲਾ ਯੂਰਪ ਦੇ ਵਿੱਚ ਸਭ ਤੋਂ ਗੰਭੀਰ ਖਤਰਿਆਂ ਦੇ ਵਿੱਚੋਂ ਇੱਕ ਹੈ। ਯੂਕਰੇਨ ਦੇ ਰਾਸ਼ਟਰਪਤੀ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਰੂਸ ਨੇ ਆਪਣਾ ਹਮਲਾ ਜਾਰੀ ਰੱਖਿਆ ਤਾਂ ਬਹੁਤ ਵੱਡੀ ਤਬਾਹੀ ਹੋਵੇਗੀ। ਉਹਨਾਂ ਨੇ ਟਵਿੱਟਰ ਤੇ ਵੀ ਲਿਖਿਆ ਸੀ ਕਿ ਸਾਡੀ ਰੱਖਿਆ ਕਰਨ ਵਾਲੇ ਆਪਣੀਆਂ ਜਾਨਾਂ ਦੇ ਰਹੇ ਨੇ ਤਾਂ ਜੋ 1986 ਦੀ ਤਰਾਸਦੀ ਨੂੰ ਦੁਹਰਾਇਆ ਨਾ ਜਾਵੇ। ਤੇ ਯੂਕਰੇਨ ਦੀਆਂ ਅਪਡੇਟਸ ਤੋਂ ਬਾਅਦ ਪੰਜਾਬ ਦੀਆਂ ਕੁਝ ਹੋਰ ਵੱਡੀਆਂ ਖਬਰਾਂ ਤੁਹਾਨੂੰ ਦੱਸ ਦਿੰਦੇ ਆ। ਸਭ ਤੋਂ ਪਹਿਲੀ ਖਬਰ ਹੈ ਜਿਹੜੀ ਉਹ ਪੰਜਾਬ ਦੇ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੀ ਹੋਈ ਹੈ, ਜਿਸ ਨੂੰ ਤੀਜੀ ਵਾਰੀ ਵੀ ਜ਼ਮਾਨਤ ਨਹੀਂ ਮਿਲੀ ਹੈ। ਮੁਹਾਲੀ ਅਦਾਲਤ ਦੇ ਵਿੱਚ ਮਜੀਠੀਆ ਦੀ ਰੈਗੂਲਰ ਜ਼ਮਾਨਤ ਅਰਜ਼ੀ ਤੇ ਸੁਣਵਾਈ ਹੋਈ। ਪਹਿਲਾਂ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ, ਫਿਰ ਮੁੜ ਸੁਣਵਾਈ ਹੋਈ ਤੇ ਜ਼ਮਾਨਤ ਰੱਦ ਹੋ ਗਈ। ਮਜੀਠੀਆ ਨੇ ਮੁਹਾਲੀ ਅਦਾਲਤ ਦੇ ਵਿੱਚ ਇੱਕ ਦਿਨ ਪਹਿਲਾਂ ਹੀ ਆਤਮ ਸਮਰਪਣ ਕੀਤਾ ਸੀ। ਸਿੱਟ ਨੇ ਪੁੱਛਗਿੱਛ ਕੀਤੀ, ਉਸ ਤੋਂ ਬਾਅਦ ਅਦਾਲਤ ਨੇ ਮਜੀਠੀਆ ਨੂੰ ਜੇਲ੍ਹ ਭੇਜ ਦਿੱਤਾ ਸੀ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ਤੇ। ਬਿਕਰਮ ਮਜੀਠੀਆ ਦੇ ਵਕੀਲਾਂ ਨੇ ਕਿਹਾ ਕਿ ਹੁਣ ਉਹ ਹਾਈ ਕੋਰਟ ਦਾ ਰੁਖ ਕਰਨਗੇ। ਪਹਿਲਾਂ ਵੀ ਜਦੋਂ ਬਿਕਰਮ ਮਜੀਠੀਆ ਦੀ ਜ਼ਮਾਨਤ ਮੁਹਾਲੀ ਅਦਾਲਤ ਨੇ ਰੱਦ ਕੀਤੀ ਸੀ, ਫਿਰ ਉਹ ਹਾਈ ਕੋਰਟ ਪਹੁੰਚੇ, ਹਾਈ ਕੋਰਟ ਨੇ ਵੀ ਰੱਦ ਕਰ ਦਿੱਤੀ, ਫਿਰ ਸੁਪਰੀਮ ਕੋਰਟ ਪਹੁੰਚੇ। ਸੁਪਰੀਮ ਕੋਰਟ ਨੇ ਰਾਹਤ ਦੇ ਕੇ ਕਿਹਾ ਸੀ ਕਿ ਵਾਪਸ ਮੁਹਾਲੀ ਅਦਾਲਤ ਤੋਂ ਹੀ ਤੁਹਾਨੂੰ ਜਿਹੜੀ ਉਹ ਜ਼ਮਾਨਤ ਮਿਲ ਸਕਦੀ ਹੈ। ਹੁਣ ਦੇਖੋ ਜੇ ਹਾਈ ਕੋਰਟ ਜਾਂਦੇ ਨੇ ਤਾਂ ਹਾਈ ਕੋਰਟ ਰੱਦ ਕਰਦੀ ਹੈ ਕਿ ਮਨਜ਼ੂਰ ਕਰਦੀ ਹੈ। ਤੇ ਬਿਕਰਮ ਮਜੀਠੀਆ ਦੀ ਜਿਹੜੀ ਪਹਿਲੀ ਰਾਤ ਹੈ 24 ਫਰਵਰੀ ਦੀ ਪਹਿਲੀ ਰਾਤ ਉਹ ਪਟਿਆਲਾ ਦੀ ਜੇਲ੍ਹ ਦੇ ਵਿੱਚ ਗੁਜ਼ਰੀ ਹੈ। ਪੰਜਾਬ ਸਰਕਾਰ ਦੇ ਵੱਲੋਂ ਮਜੀਠੀਆ ਦੇ ਖਿਲਾਫ ਨਸ਼ਾ ਤਸਕਰੀ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਮਜੀਠੀਆ ਰੂਪੋਸ਼ ਹੋ ਗਏ ਸੀ। ਅਲੋਪ ਹੋਣ ਤੋਂ ਬਾਅਦ ਮੁਹਾਲੀ ਦੀ ਅਦਾਲਤ ਦੇ ਵਿੱਚ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਦਿੱਤੀ ਸੀ, ਜਿਸ ਨੂੰ ਨਾਮਨਜ਼ੂਰ ਕੀਤਾ ਗਿਆ ਸੀ। ਅਗਲੀ ਖਬਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਹਨੀ ਦੇ ਨਾਲ ਜੁੜੀ ਹੋਈ ਹੈ। ਭੁਪਿੰਦਰ ਸਿੰਘ ਹਨੀ ਦੀ ਨਿਆਇਕ ਹਿਰਾਸਤ ਵਧਾ ਦਿੱਤੀ ਗਈ ਹੈ। ਮੁਲਜ਼ਮ ਨੂੰ ਅਦਾਲਤ ਦੇ ਵਿੱਚ ਮੁੜ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਹਾਂ ਤਰ੍ਹਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੁਲਜ਼ਮ ਦਾ ਰਿਮਾਂਡ 10 ਮਾਰਚ ਤੱਕ ਵਧਾ ਦਿੱਤਾ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਰੇਤੇ ਦੀ ਨਾਜਾਇਜ਼ ਮਾਈਨਿੰਗ ਦੇ ਦੋਸ਼ਾਂ ਵਿੱਚ ਹਨੀ ਨੂੰ ਗ੍ਰਿਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਸੀ ਤੇ ਵੋਟਾਂ ਤੋਂ ਪਹਿਲਾਂ ਇਸ ਮਸਲੇ ਦੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਵਿਰੋਧੀ ਧਿਰਾਂ ਨੇ ਖੂਬ ਰਗੜਿਆ ਸੀ। ਅਗਲੀ ਖਬਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜੀ ਹੋਈ ਹੈ, ਜਿਨ੍ਹਾਂ ਦਾ 34 ਸਾਲ ਪੁਰਾਣਾ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਮੁੜ ਤੋਂ ਪਹੁੰਚਿਆ ਸੀ। ਪਿਛਲੇ ਦਿਨੀ ਰੋਡ ਰੇਜ ਮਾਮਲਾ ਸੀ, ਜਿਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਇਨੋਸੈਂਟ ਕਰਾਰ ਦੇ ਦਿੱਤਾ ਸੀ। ਅਦਾਲਤ ਨੇ 1000 ਰੁਪਏ ਦਾ ਜੁਰਮਾਨਾ ਲਾਇਆ ਗਿਆ ਸੀ। ਨਵਜੋਤ ਸਿੰਘ ਸਿੱਧੂ ਦੋਸ਼ੀ ਨਹੀਂ ਸਿੱਧ ਹੋਏ
ਹੋਏ ਸੀ ਤੇ ਪੀੜਤ ਪਰਿਵਾਰ ਮੁੜ ਤੋਂ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ ਸੀ। ਰਿਵਿਊ ਪਟੀਸ਼ਨ ਪਾਈ ਸੀ, ਨਜ਼ਰਸਾਨੀ ਪਟੀਸ਼ਨ ਪਾਈ ਸੀ ਕਿ ਇਸ ਕੇਸ ਨੂੰ ਮੁੜ ਤੋਂ ਖੋਲ੍ਹਿਆ ਜਾਵੇ। ਤਾਂ ਫਿਰ ਨਵਜੋਤ ਸਿੰਘ ਸਿੱਧੂ ਨੇ ਵੀ ਸੁਪਰੀਮ ਕੋਰਟ ਦੇ ਵਿੱਚ ਅਪੀਲ ਪਾਈ ਸੀ ਕਿ ਜਿਹੜੀ ਰਿਵਿਊ ਪਟੀਸ਼ਨ ਹੈ ਉਸ ਨੂੰ ਖਾਰਜ ਕੀਤਾ ਜਾਵੇ ਕਿਉਂਕਿ ਉਸ ਮਾਮਲੇ ਦਾ ਉਸ ਕੇਸ ਦਾ ਨਿਬੇੜਾ ਹੋ ਚੁੱਕਿਆ ਹੈ। ਤੇ ਸੁਪਰੀਮ ਕੋਰਟ ਨੇ ਹੁਣ ਨਵਜੋਤ ਸਿੰਘ ਸਿੱਧੂ ਨੂੰ ਨਜ਼ਰਸਾਨੀ ਪਟੀਸ਼ਨ ਤੇ ਆਪਣਾ ਜਵਾਬ ਦੇਣ ਦੇ ਲਈ ਕਿਹਾ ਹੈ। ਜਸਟਿਸ ਐਸ.ਕੇ. ਕੌਲ ਦੀ ਅਗਵਾਈ ਵਾਲੇ ਬੈਂਚ ਨੇ ਸਿੱਧੂ ਨੂੰ ਪੀੜਤ ਪਰਿਵਾਰ ਦੀ ਅਪੀਲ ਤੇ ਜਵਾਬ ਦੇਣ ਲਈ ਕਿਹਾ, ਜਿਸ ਵਿੱਚ ਪਰਿਵਾਰ ਨੇ ਕਿਹਾ ਹੈ ਕਿ ਸਿੱਧੂ ਖਿਲਾਫ ਇਸ ਕੇਸ ਨੂੰ ਅਦਾਲਤ ਸਿਰਫ ਸੱਟ ਮਾਰਨ ਦੀ ਥਾਂ ਗੰਭੀਰ ਮਾਮਲਾ ਸਮਝੇ ਤੇ ਉਸ ਮੁਤਾਬਿਕ ਸਿੱਧੂ ਨੂੰ ਸਜ਼ਾ ਦਿੱਤੀ ਜਾਵੇ। ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 2 ਹਫ਼ਤਿਆਂ ਬਾਅਦ ਕਰਨ ਦਾ ਫੈਸਲਾ ਲਿਆ ਹੈ ਤੇ ਸਿੱਧੂ ਨੇ ਆਪਣੇ ਵਕੀਲ ਪੀ ਚਿਦੰਬਰਮ ਰਾਹੀਂ ਨਜ਼ਰਸਾਨੀ ਪਟੀਸ਼ਨ ਦਾ ਵਿਰੋਧ ਕੀਤਾ ਸੀ ਤੇ ਹੁਣ ਸਿੱਧੂ 2 ਹਫ਼ਤਿਆਂ ਬਾਅਦ ਜਵਾਬ ਦੇਣਗੇ। ਕਰਨਾਟਕਾ ਸਰਕਾਰ ਨੇ ਦਸਤਾਰ ਪਹਿਨਣ ਵਾਲੇ ਸਿੱਖ ਭਾਈਚਾਰੇ ਦੇ ਵਿਦਿਆਰਥੀਆਂ ਨੂੰ ਰਾਹਤ ਦਿੰਦੇ ਹੋਏ ਸਪਸ਼ਟ ਕੀਤਾ ਹੈ ਕਿ ਹਿਜਾਬ ਨਾਲ ਸੰਬੰਧਿਤ ਪਟੀਸ਼ਨਾਂ ਉੱਤੇ ਸੁਣਵਾਈ ਕਰਦੇ ਹੋਏ ਹਾਈ ਕੋਰਟ ਦਾ ਜਿਹੜਾ ਅੰਤਰਿਮ ਹੁਕਮ ਹੈ ਉਹ ਸਿੱਖ ਭਾਈਚਾਰੇ ਦੇ ਵਿਦਿਆਰਥੀਆਂ ਤੇ ਲਾਗੂ ਨਹੀਂ ਹੁੰਦਾ। ਬੈਂਗਲੁਰੂ ਦੇ ਮਾਊਂਟ ਕਾਰਮਲ ਕਾਲਜ ਦੇ ਵੱਲੋਂ ਕਥਿਤ ਤੌਰ ਤੇ ਇੱਕ ਦਸਤਾਰਧਾਰੀ ਸਿੱਖ ਵਿਦਿਆਰਥਣ ਨੂੰ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਦਸਤਾਰ ਉਤਾਰ ਕੇ ਕਾਲਜ ਆਉਣ ਨੂੰ ਕਿਹਾ ਗਿਆ ਸੀ, ਜਿਸ ਤੋਂ ਬਾਅਦ ਸਿੱਖ ਭਾਈਚਾਰੇ ਦੇ ਵਿਦਿਆਰਥੀਆਂ ਦੇ ਮਾਪਿਆਂ ਤੇ ਹੋਰ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਵਿੱਚ ਰੋਸ ਪੈਦਾ ਹੋ ਗਿਆ ਤੇ ਇਸ ਰੋਸ ਦੇ ਵਿੱਚ ਐਸਜੀਪੀਸੀ ਸਮੇਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਵੀ ਬਿਆਨ ਦਿੱਤੇ ਸੀ ਅਤੇ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਦਖਲ ਦੇਣ ਦੇ ਲਈ ਕਿਹਾ ਸੀ। ਪਰ ਹੁਣ ਇਸ ਮੁੱਦੇ ਤੇ ਸਪਸ਼ਟੀਕਰਨ ਦਿੰਦਿਆਂ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਮੰਤਰੀ BC ਨਾਗੇਸ਼ ਨੇ ਕਿਹਾ ਕਿ ਦਸਤਾਰ ਸਜਾਉਣਾ ਸਿੱਖ ਭਾਈਚਾਰੇ ਦੇ ਲੋਕਾਂ ਦਾ ਸੰਵਿਧਾਨਿਕ ਹੱਕ ਹੈ। ਹਾਈ ਕੋਰਟ ਦਾ ਅੰਤਰਿਮ ਹੁਕਮ ਸਿਰਫ ਹਿਜਾਬ ਅਤੇ ਭਗਵਾਂ ਪਹਿਨਣ ਤੇ ਲਾਗੂ ਹੁੰਦਾ ਹੈ। ਉਹਨਾਂ ਨੇ ਸਪਸ਼ਟ ਕੀਤਾ ਕਿ ਸੰਵਿਧਾਨ ਨੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਦਸਤਾਰ ਸਜਾਉਣ ਦਾ ਅਧਿਕਾਰ ਦਿੱਤਾ ਹੈ। ਹਿਜਾਬ ਪਹਿਨਣ ਵਾਲੇ ਪਟੀਸ਼ਨਾਂ ਨਾਲ ਸੰਬੰਧਿਤ ਹਾਈ ਕੋਰਟ ਦਾ ਹੁਕਮ ਸਿੱਖ ਵਿਦਿਆਰਥੀਆਂ ਤੇ ਲਾਗੂ ਨਹੀਂ ਹੁੰਦਾ ਤੇ ਇਸੇ ਦੌਰਾਨ ਹੁਣ ਉਸ ਕਾਲਜ ਦੇ ਪ੍ਰਬੰਧਕਾਂ ਨੇ ਵੀ ਇਹਨਾਂ ਰਿਪੋਰਟਾਂ ਦਾ ਖੰਡਨ ਕੀਤਾ ਹੈ ਕਿ ਉਹਨਾਂ ਨੇ ਸਿੱਖ ਲੜਕੀ ਨੂੰ ਦਸਤਾਰ ਉਤਾਰਨ ਦੇ ਲਈ ਕਿਹਾ ਸੀ, ਜਦਕਿ ਪਿਛਲੇ 2-3 ਦਿਨਾਂ ਤੋਂ ਲਗਾਤਾਰ ਹੀ ਖਬਰਾਂ ਆ ਰਹੀਆਂ ਸੀ ਜਦੋਂ ਅੰਮ੍ਰਿਤਧਾਰੀ ਵਿਦਿਆਰਥਣ ਨੇ ਕਿਹਾ ਸੀ ਕਿ ਉਸ ਨੂੰ ਦਸਤਾਰ ਉਤਾਰ ਕੇ ਆਉਣ ਲਈ ਕਿਹਾ ਗਿਆ ਹੈ। ਪਰ ਹੁਣ ਮਾਮਲਾ ਸੁਲਝ ਚੁੱਕਿਆ ਲੱਗਦਾ ਹੈ। ਆਮ ਆਦਮੀ ਪਾਰਟੀ ਨੇ BBMB ਯਾਨੀ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਪੰਜਾਬ ਦੀ ਪੱਕੀ ਨੁਮਾਇੰਦਗੀ ਖਤਮ ਕਰਨ ਦਾ ਸਖਤ ਨੋਟਿਸ ਲੈਂਦੇ ਹੋਏ ਇਸ ਨੂੰ ਪੰਜਾਬ ਦੇ ਹੱਕਾਂ ਤੇ ਸਿੱਧਾ ਹਮਲਾ ਕਰਾਰ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਤੋਂ ਵੀ ਅੱਗੇ ਜਾ ਕੇ BJP ਦੀ ਮੋਦੀ ਸਰਕਾਰ ਸੂਬਿਆਂ ਦੇ ਅਧਿਕਾਰਾਂ ਤੇ ਡਾਕੇ ਮਾਰਨ ਵਿੱਚ ਜੁਟੀ ਹੋਈ ਹੈ, ਜੋ ਭਾਰਤ ਦੀ ਸੰਘੀ ਵਿਵਸਥਾ ਦੇ ਉੱਤੇ ਸਿੱਧੀ ਸੱਟ ਹੈ। ਭਗਵੰਤ ਮਾਨ ਨੇ BBMB ਦੇ ਪ੍ਰਬੰਧਨ ਦੇ ਵਿੱਚ ਪੰਜਾਬ ਦੀ ਗਿਣ ਮਿੱਥ ਕੇ ਘਟਾਈ ਜਾ ਰਹੀ ਅਹਿਮੀਅਤ ਵਾਲੀ ਕੇਂਦਰੀ ਕਾਰਵਾਈ ਦੀ ਜ਼ੋਰਦਾਰ ਨਿਖੇਧੀ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਤਾਜ਼ਾ ਫੈਸਲੇ ਸਮੇਤ ਪਹਿਲਾਂ ਲਏ ਗਏ ਸਾਰੇ ਪੰਜਾਬ ਵਿਰੋਧੀ ਫੈਸਲਿਆਂ ਤੇ ਨਜ਼ਰਸਾਨੀ ਕਰਨ ਅਤੇ ਪੰਜਾਬ ਦੇ ਹੱਕ ਹਕੂਕ ਬਹਾਲ ਕਰਨ। ਭਗਵੰਤ ਮਾਨ ਨੇ ਕਿਹਾ ਕਿ ਮੈਂ ਪੰਜਾਬ ਦੇ ਹਿੱਤਾਂ ਨਾਲ ਜੁੜਿਆ ਇਹ ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਲੈ ਕੇ ਜਾਵਾਂਗਾ। ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦਿੱਤਾ ਹੈ। 10 ਮਾਰਚ ਨੂੰ ਸਪਸ਼ਟ ਹੋ ਜਾਏਗਾ, ਐਲਾਨ ਹੋ ਜਾਏਗਾ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਪੰਜਾਬ ਦੇ ਹੱਕ ਹਕੂਕਾਂ ਦੇ ਨਾਲ ਜੁੜੇ ਸਾਰੇ ਮਸਲਿਆਂ ਨੂੰ ਗੰਭੀਰਤਾ ਨਾਲ ਕੇਂਦਰ ਸਰਕਾਰ ਕੋਲ ਚੁੱਕੇਗੀ। ਪੰਜਾਬ ਦੇ ਹਿੱਤਾਂ ਦੀ ਹਰ ਪੱਖੋਂ ਰਾਖੀ ਦੇ ਲਈ ਅਸੀਂ ਪੂਰੀ ਵਾਹ ਲਾ ਦੇਵਾਂਗੇ। ਅਗਲੀ ਖਬਰ ਦੀਪ ਸਿੱਧੂ ਦੀ ਮੌਤ ਦੇ ਨਾਲ ਜੁੜੀ ਹੋਈ ਹੈ। 15 ਫਰਵਰੀ ਨੂੰ ਦੀਪ ਸਿੱਧੂ ਦੀ ਭਿਆਨਕ ਸੜਕ ਹਾਦਸੇ ਦੇ ਵਿੱਚ ਦਿੱਲੀ ਤੋਂ ਪੰਜਾਬ ਆਉਂਦੇ ਵਕਤ ਮੌਤ ਹੋ ਗਈ ਸੀ। ਉਸ ਵਕਤ ਦੀਪ ਸਿੱਧੂ ਦੇ ਨਾਲ ਜੋ ਉਸਦੀ ਦੋਸਤ ਰੀਨਾ ਰਾਏ ਕਾਰ ਦੇ ਵਿੱਚ ਮੌਜੂਦ ਸੀ, ਉਸਨੇ 10 ਦਿਨਾਂ ਬਾਅਦ ਦੀਪ ਸਿੱਧੂ ਦੀ ਅੰਤਿਮ ਅਰਦਾਸ ਤੋਂ ਬਾਅਦ ਜ਼ੁਬਾਨ ਖੋਲੀ ਹੈ। ਰੀਨਾ ਰਾਏ ਨੇ ਦੱਸਿਆ ਹੈ ਕਿ ਉਸਦਾ ਤੇ ਦੀਪ ਸਿੱਧੂ ਦਾ ਰਿਸ਼ਤਾ ਕੀ ਸੀ। 2018 ਤੋਂ ਜਦੋਂ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਈ ਸੀ ਉਦੋਂ ਤੋਂ ਜਾਣਦੇ ਸੀ। ਉਹਨਾਂ ਦਾ ਰਿਸ਼ਤਾ ਬੜਾ ਗੂੜਾ ਸੀ, ਬੜਾ ਡੂੰਘਾ ਸੀ। ਪਰਿਵਾਰ ਵਾਲੇ ਵੀ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਜਾਣਦੇ ਸੀ, ਇੱਕ ਦੂਸਰੇ ਦੇ ਫੈਮਿਲੀ ਫੰਕਸ਼ਨਸ ਦੇ ਵਿੱਚ ਸ਼ਾਮਿਲ ਵੀ ਹੁੰਦੇ ਸੀ। ਹਾਦਸੇ ਵਾਲੀ ਰਾਤ ਦੀ ਕਹਾਣੀ ਦੱਸਦਿਆਂ ਰੀਨਾ ਰਾਏ ਨੇ ਦੱਸਿਆ ਹੈ ਕਿ ਜਦੋਂ ਹਾਦਸਾ ਵਾਪਰਿਆ ਉਸ ਵਕਤ ਉਹ ਜੈਟ ਲੈਗ ਦੇ ਕਾਰਨ ਸੁੱਤੀ ਹੋਈ ਸੀ ਗੱਡੀ ਦੇ ਵਿੱਚ ਸੀਟ ਨੂੰ ਪਿੱਛੇ ਕਰਕੇ, ਤੇ ਜਦੋਂ ਉਸ ਨੂੰ ਜਾਗ ਉਦੋਂ ਆਈ ਜਦੋਂ ਇੱਕਦਮ ਝਟਕਾ ਲੱਗਿਆ ਤੇ ਸ਼ੌਕ ਦੇ ਵਿੱਚ ਆ ਗਈ ਸੀ ਤੇ ਫਿਰ ਦੀਪ ਸਿੱਧੂ ਨੂੰ ਗੱਡੀ ਦੇ ਵਿੱਚੋਂ ਕੱਢਣ ਤੇ ਪੂਰਾ ਅੱਧਾ ਘੰਟਾ ਲੱਗ ਗਿਆ ਸੀ। ਫਿਰ ਉਹਨੇ ਦੱਸਿਆ ਕਿ ਐਂਬੂਲੈਂਸ ਬੁਲਾਈ ਗਈ। ਐਂਬੂਲੈਂਸ ਦੇ ਵਿੱਚ ਦੋਵਾਂ ਜਣਿਆਂ ਨੂੰ ਹਸਪਤਾਲ ਲਿਜਾਇਆ ਗਿਆ। ਸੋਨੀਪਤ ਦੇ ਹਸਪਤਾਲ ਦੇ ਵਿੱਚ ਉਹਨੇ ਦਾਅਵਾ ਕੀਤਾ ਹੈ ਕਿ ਕਈ ਘੰਟਿਆਂ ਤੱਕ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਦੀਪ ਸਿੱਧੂ ਦੀ ਮੌਤ ਹੋ ਚੁੱਕੀ ਹੈ। ਮੇਰੇ ਤੋਂ ਇਹ ਗੱਲ ਲੁਕੋ ਕੇ ਰੱਖੀ ਗਈ। ਉਸ ਤੋਂ ਬਾਅਦ ਫਿਰ ਉਸਦੇ ਪਰਿਵਾਰ ਦਾ ਕੋਈ ਮੈਂਬਰ ਆਉਂਦਾ ਹੈ ਤੇ ਰੀਨਾ ਰਾਏ ਨੂੰ ਇੱਕ ਹੋਰ ਹਸਪਤਾਲ ਦਿੱਲੀ ਦੇ ਹਾਰਟ ਇੰਸਟੀਚਿਊਟ ਦੇ ਵਿੱਚ ਦਾਖਲ ਕਰਵਾ ਦਿੰਦਾ। ਉਸ ਤੋਂ ਬਾਅਦ ਉਹਨੇ ਦੱਸਿਆ ਕਿ ਮੈਂ ਪਰਿਵਾਰ ਦੇ ਕਹਿਣ ਤੇ ਅਮਰੀਕਾ ਵਾਪਸ ਚਲੀ ਗਈ ਸੀ। ਪਰ ਰੀਨਾ ਰਾਏ ਦੇ ਇਸ ਸਪਸ਼ਟੀਕਰਨ ਤੋਂ ਬਾਅਦ ਵੀ ਕਈ ਲੋਕਾਂ ਦੇ ਸਵਾਲ ਉਸੇ ਤਰ੍ਹਾਂ ਖੜੇ ਨੇ। ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਜੇ ਉਹਨਾਂ ਦਾ ਰਿਸ਼ਤਾ ਇੰਨਾ ਡੂੰਘਾ ਸੀ ਤਾਂ ਰੀਨਾ ਰਾਏ ਇੱਕਦਮ ਅਮਰੀਕਾ ਵਾਪਸ
ਕਿਉਂ ਚਲੀ ਗਈ। ਜੇ ਰਿਸ਼ਤਾ ਇੰਨਾ ਡੂੰਘਾ ਸੀ ਤਾਂ ਕਮ ਸੇ ਕਮ ਅੰਤਿਮ ਅਰਦਾਸ ਅਤੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਿਲ ਹੋਣਾ ਤਾਂ ਜ਼ਰੂਰ ਬਣਦਾ ਸੀ। ਰੀਨਾ ਰਾਏ ਨੇ ਇਹ ਵੀ ਦੱਸਿਆ ਕਿ ਜਦੋਂ ਐਕਸੀਡੈਂਟ ਹੋਇਆ ਸੀ, ਜਦੋਂ ਉਹਦੀ ਜਾਗ ਖੁੱਲੀ ਤਾਂ ਦੀਪ ਸਿੱਧੂ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਸਟੀਅਰਿੰਗ ਅਤੇ ਗੱਡੀ ਦੀ ਸੀਟ ਦੇ ਵਿਚਾਲੇ ਫਸਿਆ ਹੋਇਆ ਸੀ, ਜਿਸ ਨੂੰ ਕੱਢਣ ਦੇ ਵਿੱਚ ਕਾਫੀ ਸਮਾਂ ਲੱਗ ਗਿਆ ਸੀ। ਪਰ ਇੱਕ ਗੱਲ ਤੇ ਲੋਕਾਂ ਨੂੰ ਹੈਰਾਨੀ ਹੋ ਰਹੀ ਹੈ ਕਿ ਰੀਨਾ ਰਾਏ ਕਹਿ ਰਹੀ ਹੈ ਕਿ ਦੀਪ ਸਿੱਧੂ ਦੀ ਮੌਤ ਦਾ ਉਸਨੂੰ ਕਈ ਘੰਟੇ ਤੱਕ ਪਤਾ ਹੀ ਨਹੀਂ ਲੱਗਿਆ। ਹੱਥ ਦੇ ਵਿੱਚ ਫੋਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਤਾਂ YouTube ਦੇ ਉੱਤੇ ਜਾਂ ਕਹਿ ਸਕਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਦੀਪ ਸਿੱਧੂ ਦੀਆਂ ਮੌਤ ਦੀਆਂ ਖਬਰਾਂ ਨੇ ਜਿਹੜੀਆਂ ਉਹ ਤੁਰੰਤ ਨਸ਼ਰ ਹੋਣੀਆਂ ਸ਼ੁਰੂ ਹੋ ਗਈਆਂ ਸੀ। ਤਾਂ ਇਹ ਗੱਲ ਰੀਨਾ ਰਾਏ ਤੋਂ ਕਿਵੇਂ ਲੁਕੀ ਰਹਿ ਸਕਦੀ ਹੈ। ਖੈਰ ਬਹੁਤ ਸਾਰੇ ਸਵਾਲ ਹਾਲੇ ਵੀ ਦੀਪ ਸਿੱਧੂ ਦੀ ਮੌਤ ਦੇ ਨਾਲ ਅਤੇ ਦੀਪ ਸਿੱਧੂ ਅਤੇ ਰੀਨਾ ਰਾਏ ਦੇ ਸੰਬੰਧਾਂ ਨੂੰ ਲੈ ਕੇ ਉੱਠ ਰਹੇ ਨੇ। ਪੰਜਾਬ ਵਿਧਾਨ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਹੁਣ ਚੰਡੀਗੜ੍ਹ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਇੱਕ ਦਿਨ ਪਹਿਲਾਂ ਸੁਨੀਲ ਜਾਖੜ ਨੇ ਨਵਜੋਤ ਸਿੰਘ ਸਿੱਧੂ ਬਾਰੇ ਬਿਆਨ ਦਿੱਤਾ ਸੀ। ਸੁਨੀਲ ਜਾਖੜ ਨੇ ਕਿਹਾ ਕਿ ਪਹਿਲੀ ਵਾਰੀ ਪੰਜਾਬ ਅਤੇ ਹਰਿਆਣਾ ਸਿਵਲ ਸਰਵਿਸਿਜ਼ ਦੇ ਅਧਿਕਾਰੀਆਂ ਨੂੰ ਛੱਡ ਕੇ ਦਾਦਰਾ ਤੇ ਨਗਰ ਹਵੇਲੀ ਸਿਵਲ ਸਰਵਿਸਿਜ਼ ਦੇ ਅਧਿਕਾਰੀਆਂ ਨੂੰ ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਚ ਤਾਇਨਾਤ ਕੀਤਾ ਜਾ ਰਿਹਾ ਹੈ। ਪੰਜਾਬ ਤੇ ਹਰਿਆਣਾ ਦੇ ਅਧਿਕਾਰੀਆਂ ਨੂੰ ਛੱਡਿਆ ਜਾ ਰਿਹਾ ਹੈ, ਉਹਨਾਂ ਦੀਆਂ ਨਿਯੁਕਤੀਆਂ ਨਹੀਂ ਕੀਤੀਆਂ ਜਾ ਰਹੀਆਂ। ਜਾਖੜ ਨੇ ਕਿਹਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਨਾਲ ਵੀ ਅਜਿਹਾ ਹੀ ਹੋ ਰਿਹਾ ਹੈ। ਉਹਨਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਚੰਨੀ, ਭਗਵੰਤ ਮਾਨ, ਸੁਖਬੀਰ ਬਾਦਲ, ਸੁਖਦੇਵ ਸਿੰਘ ਢੀਂਡਸਾ ਅਤੇ ਨਵਜੋਤ ਸਿੰਘ ਸਿੱਧੂ ਨੂੰ ਵੀ ਇਸ ਮਸਲੇ ਨੂੰ ਚੁੱਕਣ ਦੀ ਅਪੀਲ ਕੀਤੀ ਹੈ। ਸੜਕ ਹਾਦਸੇ ਦੇ ਨਾਲ ਜੁੜੀ ਹੋਈ ਖਬਰ ਜ਼ੀਰਕਪੁਰ ਪਟਿਆਲਾ ਤੋਂ ਹੈ, ਜਿੱਥੇ ਇਸ ਸੜਕ ਤੇ ਕਾਰ ਅਤੇ ਟਰੱਕ ਦੇ ਆਪਸ ਵਿੱਚ ਟਕਰਾਉਣ ਨਾਲ ਭਿਆਨਕ ਹਾਦਸਾ ਵਾਪਰਿਆ। ਹਾਦਸਾ ਉਸ ਵਕਤ ਵਾਪਰਿਆ ਜਦੋਂ ਮੋਹਾਲੀ ਤੋਂ ਪਟਿਆਲਾ ਵੱਲ ਨੂੰ ਜਾ ਰਹੀ ਇੱਕ ਕਾਰ ਪਟਿਆਲਾ ਸੜਕ ਤੇ ਪਿੰਡ ਰਾਮਪੁਰਾ ਕਲਾਂ ਦੇ ਨੇੜੇ ਟਰੱਕ ਦੇ ਪਿੱਛੇ ਜਾ ਟਕਰਾਈ। ਹਾਦਸੇ ਵਿੱਚ ਕਾਰ 'ਚ ਸਵਾਰ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਦੀ ਪਛਾਣ 30 ਸਾਲ ਦੇ ਨੌਜਵਾਨ ਸੁਮਿਤ ਪਾਲ ਵਜੋਂ ਹੋਈ ਹੈ, ਜੋ ਕਿ ਸੈਕਟਰ 79 ਮੋਹਾਲੀ ਦਾ ਰਹਿਣ ਵਾਲਾ ਸੀ ਤੇ ਬਾਸਕਟਬਾਲ ਦਾ ਚੰਗਾ ਖਿਡਾਰੀ ਸੀ। ਮੋਗਾ ਦੇ ਵਿੱਚ ਉਮਰੋਂ ਲੰਘੇ ਨੌਜਵਾਨਾਂ ਦੇ ਨਾਲ ਵਿਆਹ ਕਰਕੇ ਠੱਗੀਆਂ ਮਾਰਨ ਵਾਲਾ ਅੰਤਰਰਾਜੀ ਗਰੋਹ ਕਾਬੂ ਕੀਤਾ ਗਿਆ ਹੈ। ਦਰਅਸਲ ਮੋਗਾ ਦੇ ਵਿੱਚ ਇੱਕ ਦੋ ਦਿਨ ਪਹਿਲਾਂ ਆਪਾਂ ਖਬਰ ਤੁਹਾਨੂੰ ਦੱਸੀ ਸੀ ਕਿ ਅਗਵਾ ਕਰ ਲਿਆ ਗਿਆ ਹੈ ਇੱਕ ਨਵਵਿਆਹੁਤਾ ਨੂੰ, ਤੇ ਉਸ ਨਵਵਿਆਹੁਤਾ ਦੇ ਅਗਵਾ ਕਰਨ ਦੀ ਵਾਰਦਾਤ ਨੇ ਨਵਾਂ ਮੋੜ ਲਿਆ ਹੈ। ਗਰੋਹ ਦੇ 4 ਮੈਂਬਰ ਗ੍ਰਿਫਤਾਰ ਹੋਏ ਨੇ। ਦਰਅਸਲ ਮੋਗਾ ਸ਼ਹਿਰ ਦੀ ਸਲਮ ਬਸਤੀ ਲਾਲ ਸਿੰਘ ਰੋਡ ਤੋਂ 2 ਦਿਨ ਪਹਿਲਾਂ ਵਿਆਹੁਤਾ ਨੂੰ ਅਗਵਾ ਕੀਤਾ ਗਿਆ ਸੀ। ਉਮਰੋਂ ਲੰਘੇ ਨੌਜਵਾਨਾਂ ਦੇ ਨਾਲ ਵਿਆਹ ਕਰਕੇ ਠੱਗੀਆਂ ਮਾਰਨ ਵਾਲੇ 6 ਮੈਂਬਰੀ ਅੰਤਰਰਾਜੀ ਗਰੋਹ ਨੇ ਇਹ ਡਰਾਮਾ ਰਚਿਆ ਸੀ। ਹੁਣ ਪੁਲਿਸ ਨੇ ਇਹ ਕੇਸ ਸੁਲਝਾ ਲਿਆ। ਸਿਟੀ ਪੁਲਿਸ ਨੇ ਗਰੋਹ ਮੈਂਬਰਾਂ ਦੇ ਕੋਲੋਂ ਜਾਲੀ ਨਾਵਾਂ ਦੇ ਪਛਾਣ ਪੱਤਰ ਬਰਾਮਦ ਕਰਕੇ ਗਰੋਹ 'ਚ ਸ਼ਾਮਿਲ 3 ਔਰਤਾਂ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸਿੰਘ ਸੋਲ ਨੇ ਦੱਸਿਆ ਕਿ ਇਥੋਂ 2 ਦਿਨ ਪਹਿਲਾਂ ਅਗਵਾ ਦਾ ਡਰਾਮਾ ਰਚਣ ਵਾਲੀ ਵਿਆਹੁਤਾ ਕੁਲਦੀਪ ਕੌਰ ਉਰਫ ਕੋਮਲ, ਜਿਹਦੀ ਉਮਰ 24 ਸਾਲ ਹੈ, ਉਮਰੋਂ ਲੰਘੇ ਨੌਜਵਾਨਾਂ ਦੇ ਨਾਲ ਵਿਆਹ ਕਰਕੇ ਠੱਗੀਆਂ ਮਾਰਨ ਵਾਲੇ ਗਰੋਹ ਦੀ ਮੈਂਬਰ ਹੈ। ਤੇ ਇਹ ਗਰੋਹ ਹੈ ਜਿਹੜਾ ਉਹ ਸਿਰਫ ਪੰਜਾਬ ਹੀ ਨਹੀਂ ਅੰਤਰਰਾਜੀ ਯਾਨੀ ਕਿ ਇੰਟਰਸਟੇਟ ਸਰਗਰਮ ਹੈ। ਇਸ ਕੁੜੀ ਨੇ ਤੀਜਾ ਵਿਆਹ ਹੰਸਰਾਜ ਵਾਸੀ ਸੈਲਗ ਜ਼ਿਲ੍ਹਾ ਮਹਿੰਦਰਗੜ੍ਹ ਹਰਿਆਣਾ ਦੇ ਨਾਲ 80,000 ਰੁਪਏ ਲੈ ਕੇ ਠੱਗੀ ਮਾਰਨ ਦੀ ਨੀਅਤ ਨਾਲ ਕੀਤਾ ਸੀ। ਪੁਲਿਸ ਨੇ ਵਿਆਹੁਤਾ ਨੂੰ ਹੰਸਰਾਜ ਦੇ ਘਰੋਂ ਬਰਾਮਦ ਕੀਤਾ। ਪੁਲਿਸ ਮੁਤਾਬਿਕ ਕੁਲਦੀਪ ਕੌਰ ਨੇ ਦੱਸਿਆ ਕਿ ਉਸਦੇ ਵਿਆਹ 'ਚ ਵਿਚੋਲਣ ਦੀ ਭੂਮਿਕਾ ਰੀਟਾ ਰਾਣੀ ਨੇ ਨਿਭਾਈ ਸੀ ਤੇ ਨਾਲ 2 ਹੋਰ ਜਣੀਆਂ ਵੀ ਇਨਵੋਲਵ ਸਨ। ਉਹਨਾਂ ਦੱਸਿਆ ਕਿ ਕੁਲਦੀਪ ਕੌਰ ਉਰਫ ਕੋਮਲ, ਰੁਪਿੰਦਰ ਕੌਰ ਉਰਫ ਪਿੰਦੂ, ਉਸਦੇ ਪਤੀ ਕੁਲਦੀਪ ਸਿੰਘ ਤੇ ਰੀਟਾ ਰਾਣੀ ਨੂੰ 4 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਵਿਚੋਲਣ 2 ਔਰਤਾਂ ਨੇ ਜਿਹੜੀਆਂ ਉਹ ਫਰਾਰ ਨੇ। ਹੁਣ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਹੋਲਾ ਮਹੱਲਾ ਸਮਾਗਮਾਂ ਦੀ। 13 ਮਾਰਚ ਤੋਂ ਹੋਲਾ ਮਹੱਲਾ ਦੇ ਸਮਾਗਮ ਸ਼ੁਰੂ ਹੋਣਗੇ। ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ, ਇੱਕ ਵੱਡਾ ਸਿੱਖਾਂ ਦਾ ਤਿਉਹਾਰ ਹੈ ਹੋਲਾ ਮਹੱਲਾ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਤਿਆਰੀਆਂ ਜਿਹੜੀਆਂ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਨੇ। 13 ਮਾਰਚ ਨੂੰ ਕਿਲ੍ਹਾ ਆਨੰਦਗੜ੍ਹ ਸਾਹਿਬ ਵਿਖੇ ਦੇਰ ਰਾਤ ਪੁਰਾਤਨ ਨਗਾਰਿਆਂ ਦੀ ਚੋਟ ਨਾਲ ਹੋਲੇ ਮਹੱਲੇ ਦੀ ਆਰੰਭਤਾ ਹੋਏਗੀ। 14 ਮਾਰਚ ਤੋਂ ਲੈ ਕੇ 16 ਮਾਰਚ ਤੱਕ ਕੀਰਤਪੁਰ ਸਾਹਿਬ ਵਿਖੇ ਹੋਲਾ ਮਹੱਲਾ ਮਨਾਇਆ ਜਾਵੇਗਾ। 17 ਤੋਂ 19 ਮਾਰਚ ਤੱਕ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਾਹੋ ਜਲਾਲ ਦੇ ਨਾਲ ਇਹ ਵੱਡਾ ਜਿਹੜਾ ਦਿਨ ਹੈ ਉਹ ਮਨਾਇਆ ਜਾਵੇਗਾ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਮੇਤ ਅਨੰਦਪੁਰ ਸਾਹਿਬ ਦੇ ਵਿੱਚ ਜਿਹੜੇ ਬਾਕੀ ਦੇ ਗੁਰੂ ਘਰ ਨੇ ਉਹਨਾਂ ਦੇ ਵਿੱਚ ਰੰਗ ਰੋਗਨ ਦੀ ਸੇਵਾ ਜਿਹੜੀ ਹੈ ਉਹ ਪੂਰੇ ਜ਼ੋਰ ਸ਼ੋਰ ਦੇ ਨਾਲ ਚੱਲ ਰਹੀ ਹੈ। ਪੰਜਾਬ ਦੀਆਂ ਖਾਸ ਖਬਰਾਂ ਦੀ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ। ਧੰਨਵਾਦ।